ਤੇ ਨਵੇਂ ਮਹਿਮਾਨ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਹਦੇ ਨਾਲ ਕੋਈ ਆਥੈਂਟਿਕ ਜਾਣਕਾਰੀ ਜਾਂ ਅਵੇਅਰਨੈਸ ਜਿਹੜੀ ਕਮਿਊਨਿਟੀ ਦੇ ਵਿੱਚ ਪੈਦਾ ਹੋਵੇ ਔਰ ਜਿਹਦੇ ਨਾਲ ਪਤਾ ਇਹ ਹੋਵੇ ਕਿ ਅਸਲ ਦੇ ਵਿੱਚ ਸਾਰਾ ਤਾਣਾ ਬਾਣਾ ਕੀ ਹੈ। ਔਰ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜ਼ਮੀਨੀ ਹਕੀਕਤ ਨੂੰ ਜਾਣ ਸਕੀਏ। ਕਿਸੇ ਵੀ ਚੀਜ਼ ਨੂੰ ਜਿਹਨੂੰ ਆਪਾਂ ਕਹਿੰਦੇ ਪਛਾਣ ਕਰਨ ਦੇ ਲਈ ਇੱਕ ਪਤਾ ਹੋਣਾ ਚਾਹੀਦਾ ਵੀ ਸਾਡਾ ਪੱਧਰ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਹੋਵੇ ਕਿ ਸਾਨੂੰ ਸਿਰਫ ਇੱਥੇ ਬੈਠੀਆਂ ਵੱਡੀਆਂ ਵੱਡੀਆਂ ਗੱਲਾਂ ਨਾ ਤੁਹਾਨੂੰ ਲੱਗਣ, ਨਜ਼ਰ ਆਵੇ ਕਿ ਜੋ ਵੀ ਗੱਲ ਹੋ ਰਹੀ ਹੈ ਤੁਹਾਡੇ ਸਮਝ ਦੇ ਲੈਵਲ ਤੱਕ ਹੋ ਰਹੀ ਹੈ। ਅਸੀਂ ਇਹੀ ਕੋਸ਼ਿਸ਼ ਕਰਦੇ ਹੁੰਦੇ ਹਾਂ। ਸੋ ਅੱਜ ਜੋ ਅਸੀਂ ਵਿਸ਼ਾ ਤੁਹਾਡੀ ਨਜ਼ਰ ਕਰ ਰਹੇ ਹਾਂ ਉਹ ਵਿਸ਼ਾ ਸਭ ਜਾਣਦੇ ਹਾਂ, ਅਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹਾਂ ਔਰ ਪਿਛਲੇ ਕੁਝ ਸਮੇਂ ਤੋਂ ਜਦੋਂ ਦਾ ਕਰੋਨਾ ਵਾਇਰਸ ਸ਼ੁਰੂ ਹੋਇਆ ਉਦੋਂ ਦੀ ਉਥਲ ਪੁਥਲ ਜਿਹੜੀ ਹੈ ਕੈਨੇਡਾ ਸਿਆਸਤ ਦੇ ਵਿੱਚ ਹੋਈ ਹੈ। ਔਰ ਕੈਨੇਡੀਅਨ ਸਿਆਸਤ ਦੇ ਵਿੱਚ ਜਿਹੜੀ ਉਥਲ ਪੁਥਲ ਹੈ, ਚਾਹੇ ਵੀ ਚੈਰਿਟੀ ਦਾ ਮਸਲਾ ਹੋਵੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਸੀ ਜਿਹਦੇ ਕਰਕੇ ਟਰੂਡੋ ਹੁਣ ਸਰਕਾਰ ਨੂੰ ਜਿਵੇਂ ਨਿਸ਼ਾਨੇ ਤੇ ਲਿਆਂਦਾ ਗਿਆ ਸੀ, ਉਹਨਾਂ ਦੀਆਂ ਜਿਹੜੀਆਂ ਖੱਬੇ ਪੱਖੀ ਪਾਰਟੀਆਂ ਉਹਨਾਂ ਦੇ ਵੀ ਆਪਣੇ ਮਸਲੇ ਨੇ, ਜਾਂ ਇਹ ਕਹਿ ਲਓ ਕਿ ਜੋ ਉਹ ਇਲਜ਼ਾਮਾਤ ਲਗਾਉਂਦੇ ਨੇ ਜਾਂ ਕਹਿੰਦੇ ਨੇ ਕਿ ਵੀ ਆਹ ਨਹੀਂ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ, ਉਹ ਵੀ ਇੱਕ ਪਾਸੇ ਸਹੀ ਹੈ ਕਿਉਂਕਿ ਖੱਬੇ ਪੱਖੀ ਪਾਰਟੀ ਆ, ਉਹਨਾਂ ਨੇ ਵਿਰੋਧ ਹਮੇਸ਼ਾ ਹੀ ਕਰਨਾ ਹੁੰਦਾ। ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਵਿਰੋਧ ਨਾ ਹੋਵੇ, ਚਾਹੇ ਕੋਈ ਚੰਗਾ ਹੋ ਰਿਹਾ ਚਾਹੇ ਮਾੜਾ ਹੋ ਰਿਹਾ, ਉਹਨਾਂ ਦਾ ਵਿਰੋਧ ਕਰਨਾ ਵੀ ਬਣਦਾ। ਸੋ ਅੱਜ ਜੋ ਅਸੀਂ ਜਿਸ ਚੀਜ਼ ਦੀ ਉਡੀਕ ਕਰ ਰਹੇ ਸੀ ਥਰੋਨ ਸਪੀਚ ਦੀ, ਥਰੋਨ ਸਪੀਚ ਹੋਣ ਤੋਂ ਬਾਅਦ ਖੱਬੇ ਪੱਖੀ ਪਾਰਟੀਆਂ ਚਾਹੇ ਐਨਡੀਪੀ ਹੈ ਚਾਹੇ ਪੀਸੀ ਪਾਰਟੀ ਹੈ ਜਾਂ ਹੋਰ ਇਸ ਤੋਂ ਇਲਾਵਾ ਪਾਰਟੀਆਂ ਨੇ, ਉਹਨਾਂ ਉੱਪਰ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਔਰ ਜਿਹੜੀ ਇਹ ਉਥਲ ਪੁਥਲ ਕੈਨੇਡੀਅਨ ਸਿਆਸਤ ਦੇ ਵਿੱਚ ਚੱਲ ਰਹੀ ਹੈ ਇਹਦੇ ਨਾਲ ਸਾਡੇ ਲੋਕਾਚਾਰ ਨੂੰ ਜਾਂ ਸਾਡੀਆਂ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਉੱਪਰ ਕਿਸ ਤਰ੍ਹਾਂ ਦਾ ਅਸਰ ਰਹੇਗਾ, ਸਾਰੀ ਚਰਚਾ ਇਸ ਦੇ ਉੱਪਰ ਰਹੇਗੀ। ਔਰ ਐਨਡੀਪੀ ਜਾਂ ਪੀਸੀ ਪਾਰਟੀ ਹੈ ਸਾਰੇ ਜਿਹੜੇ ਲਿਬਰਲ ਦੇ ਪ੍ਰੋਗਰਾਮਸ ਆ ਉਹਨੂੰ ਸਪੋਰਟ ਕਰਦੀ ਹੈ ਜਾਂ ਨਹੀਂ ਕਰਦੀ, ਉਹਦੇ ਬਾਰੇ ਵੀ ਚਰਚਾ ਕਰਾਂਗੇ। ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈ ਔਰ ਪੂਰੀ ਕਮਿਊਨਿਟੀ ਉਹਨਾਂ ਨੂੰ ਜਾਣਦੀ ਹੈ। ਬੌਬੀ ਸਿੱਧੂ ਜੋ ਕਿ ਕਮਿਊਨਿਟੀ ਦੇ ਇਸ ਤਰ੍ਹਾਂ ਦੇ ਆਗੂ ਨੇ ਕਿ ਹਰੇਕ ਮੁੱਦੇ ਦੇ ਉੱਪਰ ਉਹਨਾਂ ਦੀ ਨਜ਼ਰ ਔਰ ਪਕੜ ਬਣੀ ਰਹਿੰਦੀ ਹੈ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਰਮਨ ਜੀ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਪਹਿਲੀ ਵਾਰ ਤੁਹਾਡੇ ਸਟੂਡੀਓ ਆਇਆ, ਬਹੁਤ ਬਹੁਤ ਧੰਨਵਾਦ। ਤੇ ਸ਼ੁਰੂਆਤ 'ਚ ਮੈਂ ਜੀ ਕਰੈਕਸ਼ਨ ਕਰਨੀ ਚਾਹੁੰਦਾ, ਜਦੋਂ ਆਪਾਂ ਗੱਲ ਕਰਦੇ ਹਾਂ ਖੱਬੀ ਤੇ ਸੱਜੀ ਪਾਰਟੀਆਂ ਦੀ, ਤੇ ਪੀਸੀ ਕੈਨੇਡਾ ਵਿੱਚ ਸੱਜੇ ਦੀ ਪਾਰਟੀ ਹੈਗੀ ਹੈ ਜਿਹੜੀ ਐਕਸਟ੍ਰੀਮ ਰਾਈਟ ਪਾਰਟੀ ਹੈ, ਲਿਬਰਲ ਸੈਂਟਰ ਹੈ, ਐਨਡੀਪੀ ਲੈਫਟ ਤੇ ਹੈਗੀ ਆ, ਤੇ ਜਿਹੜੀ ਬਲੌਕ ਹੈਗੀ ਆ ਉਹ ਵੀ ਜ਼ਿਆਦਾਤਰ ਥੋੜੀ ਲੈਫਟ ਵੱਲੋਂ ਲੀਨ ਕਰਦੀ ਆ, ਪਰ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ ਕੈਨੇਡਾ ਦੀ ਰਾਈਟ ਵਿੰਗ ਪਾਰਟੀ ਹੈਗੀ। ਜਦੋਂ ਆਪਾਂ ਭਾਰਤ ਦੀ ਸਿਆਸਤ ਦੀ ਗੱਲ ਕਰਦੇ ਹਾਂ ਨਾ, ਜਿਹੜੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ, ਬਾਕੀ ਪਾਰਟੀਆਂ ਵੱਡੀਆਂ ਹੋਣ ਛੋਟੀਆਂ ਹੋਣ ਆਪਾਂ ਉਹਨਾਂ ਨੂੰ ਖੱਬੇ ਪਾਰਟੀ ਪੱਖ ਤੇ ਦੇਖਦੇ ਹਾਂ, ਲੇਕਿਨ ਇੱਥੇ ਜੋ ਸਿਸਟਮ ਹੈ ਤੁਸੀਂ ਅੱਜ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਤੁਹਾਡੇ ਤੋਂ ਹਾਸਲ ਕਰਨੀ ਹੈ। ਜੀ। ਸੋ ਸਿੱਧੂ ਸਾਹਿਬ, ਸਾਰੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਪਹਿਲਾਂ ਦੱਸਿਆ ਕਿ ਵੀ ਅਸੀਂ ਦਰਸ਼ਕਾਂ ਦੇ ਪੱਧਰ ਦੀ ਗੱਲ ਕਰੀਏ, ਥਰੋਨ ਸਪੀਚ ਅਸਲ ਦੇ ਵਿੱਚ ਜੇ ਸੰਖੇਪ ਚ ਜਾਣਨਾ ਹੋਵੇ ਤੇ ਹੁੰਦੀ ਕੀ ਹੈ? ਦੇਖੋ ਰਮਨ ਜੀ, ਥਰੋਨ ਸਪੀਚ ਕੈਨੇਡਾ ਜਿਹੜਾ ਹੈਗਾ ਸਾਡਾ ਜੋ ਸੰਵਿਧਾਨ, ਜੋ ਸਾਡਾ ਦੇਸ਼ ਆ, ਇੱਕ ਸਰਕਾਰ ਹੈ, ਹੈਡ ਆਫ ਗਵਰਨਮੈਂਟ ਹੈਗਾ ਪ੍ਰਾਈਮ ਮਿਨਿਸਟਰ, ਪਾਰਲੀਮੈਂਟਰੀ ਸਿਸਟਮ ਹੈਗਾ ਆ, ਠੀਕ ਹੈ। ਪਰ ਜਿਹੜਾ ਹੈਡ ਆਫ ਸਟੇਟ ਹੈਗਾ ਆ ਉਹ ਅੱਜ ਵੀ ਇੱਥੋਂ ਦੀ ਰਾਣੀ ਹੈਗੀ ਆ, ਠੀਕ ਹੈ, ਕੁਈਨ। ਜਦੋਂ ਆਪਾਂ ਵੱਡੇ ਅਦਾਰਿਆਂ ਦੀ ਗੱਲ ਕਰਦੇ, ਸਰਕਾਰਾਂ ਦੀ, ਆਪਾਂ ਕਰਾਊਨ ਕਾਰਪੋਰੇਸ਼ਨ ਕਹਿੰਦੇ ਆ, ਕਿਉਂਕਿ ਉਹ ਕਰਾਊਨ ਉਹ ਹੈਗਾ ਕੁਈਨ, ਠੀਕ ਹੈ। ਤੇ ਗਵਰਨਰ ਜਨਰਲ ਉਹਨੂੰ ਰੈਪਰੈਜ਼ੈਂਟ ਕਰਦੇ ਆ, ਤੇ ਜਿਹੜਾ ਇਹ ਸਰਕਾਰ ਦਾ ਏਜੰਡਾ ਹੁੰਦਾ ਆ ਪ੍ਰਾਈਮ ਮਿਨਿਸਟਰ ਲੈ ਕੇ ਆਉਂਦਾ ਹੈ। ਹਾਲਾਂਕਿ ਗਵਰਨਰ ਜਨਰਲ ਜਾਂ ਕੁਈਨ ਦਾ ਲੈਣ ਦੇਣ ਨਹੀਂ ਹੈਗਾ, ਪਰ ਉਹ ਸਰਕਾਰ ਜਿਹੜੀ ਹੈਗੀ ਆ ਉਹ ਬੇਸਿਕਲੀ ਹੈਡ ਆਫ ਸਟੇਟ ਜਿਹੜਾ ਹੈਗਾ ਉਹਦਾ ਜਿਹੜੀ ਗਵਰਨਮੈਂਟ ਨੇ ਇੰਪਲੀਮੈਂਟੇਸ਼ਨ ਕਰਨੀ ਆ ਉਹਨਾਂ ਦੇ ਦੇਸ਼ ਦੇ ਵਿੱਚ। ਸਰਕਾਰ ਜਿਹੜੀ ਹੈਗੀ ਆ ਥਰੋਨ ਸਪੀਚ ਤਾਂ ਕਹੀ ਜਾਂਦੀ ਆ, ਕੁਈਨ ਜਾਂ ਉਹਨਾਂ ਦਾ ਨੁਮਾਇੰਦਾ ਜੋ ਉਹਦੀ ਸਰਕਾਰ ਨੇ ਇੰਪਲੀਮੈਂਟ ਕਰਨਾ ਆ ਦੇਸ਼ ਦੇ ਵਿੱਚ ਜੀ, ਉਹ ਏਜੰਡਾ ਪੜ੍ਹਦੇ ਆ, ਠੀਕ ਹੈ। ਹਾਲਾਂਕਿ ਉਹ ਕੁਝ ਚੇਂਜ ਨਹੀਂ ਕਰ ਸਕਦੇ, ਕੋਈ ਤਬਦੀਲ ਨਹੀਂ ਕਰ ਸਕਦੇ, ਉਹਨਾਂ ਨੂੰ ਲਿਖਤੀ ਦਿੱਤਾ ਜਾਂਦਾ ਹੈ, ਉਹ ਪੜ੍ਹ ਦਿੰਦੇ। ਜਿੱਦਾਂ ਭਾਰਤ ਇੱਕ ਰਿਪਬਲਿਕ ਹੈ, ਭਾਰਤ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਐਡਰੈਸ ਹੁੰਦਾ ਹੈ, ਠੀਕ ਹੈ, ਉੱਥੇ ਹੀ ਸਰਕਾਰ ਲਿਖ ਕੇ ਦੇ ਦਿੰਦੀ ਹੈ, ਰਾਸ਼ਟਰਪਤੀ ਪੜ੍ਹ ਛੱਡਦੇ ਆ। ਸੋ ਇਹ ਸੇਮ ਉਸੇ ਦੀ ਤਰਜ਼ ਤੇ ਇੱਥੇ ਬਿਲਕੁਲ ਜੀ, ਉਹਨੂੰ ਪ੍ਰੈਜ਼ੀਡੈਂਸ਼ੀਅਲ ਐਡਰੈਸ ਦੀ ਜਗ੍ਹਾ ਥਰੋਨ ਸਪੀਚ ਕਹਿ ਦਿੰਦੇ ਆ। ਉੱਥੇ ਕਿਉਂਕਿ ਰਾਸ਼ਟਰਪਤੀ ਰਿਪਬਲਿਕ ਹੈ, ਇੰਡੀਆ ਨੇ ਜਦੋਂ ਬਟਵਾਰਾ ਹੋਇਆ ਦੇ ਆਪਟਡ ਕਿ ਅਸੀਂ ਕਾਮਨਵੈਲਥ ਰਵਾਂਗੇ, ਪਰ ਰਾਣੀ ਸਾਡੀ ਹੈਡ ਨਹੀਂ ਹੋਵੇਗੀ, ਅਸੀਂ ਰਿਪਬਲਿਕ ਹੈ, ਰਾਸ਼ਟਰਪਤੀ ਸਾਡਾ ਹੈਡ ਹੈ। ਸੋ ਇਹਦਾ ਮਤਲਬ ਇਹ ਹੈ ਵੀ ਜਿਹੜੀ ਪਾਰਟੀ, ਜਿਵੇਂ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ ਲਿਬਰਲ ਪਾਰਟੀ ਜਿਹੜੀ ਸੱਤਾ ਦੇ ਵਿੱਚ ਹੈ, ਜੀ ਇਹਨਾਂ ਦੇ ਕੋਲੇ ਪਾਵਰ ਹੈ ਨਾ, ਜੀ ਤਾਂ ਜੋ ਉਹਨਾਂ ਨੇ
ਥਰੋਨ ਸਪੀਚ ਦੇ ਲਈ ਜੋ ਲਿਖ ਕੇ ਦੇਤਾ ਜੀ ਜੀ ਉਹ ਹੀ ਡਿਲੀਵਰ ਹੋਣਾ ਹੈ। ਹਾਂਜੀ ਤੁਹਾਡਾ ਭਾਵ ਇਹੀ ਜੀ ਬਿਲਕੁਲ ਉਹਨਾਂ ਨੇ ਆਪਣਾ ਏਜੰਡਾ ਲਿਖਤਾ ਜੀ। ਤੇ ਉਹਨਾਂ ਨੇ ਪੜ੍ਹਤਾ ਤੇ ਸੂਬੇ ਦੇ ਵਿੱਚ ਉਹ ਲੈਫਟੀਨੈਂਟ ਜਿਹੜੇ ਹੁੰਦੇ ਗਵਰਨਰ ਉਹ ਪੜ੍ਹ ਦਿੰਦੇ ਆ ਠੀਕ ਹੈ ਕਿਉਂਕਿ ਉਹ ਗਾਂ ਜਿਵੇਂ ਉੱਥੇ ਪੰਜਾਬ 'ਚ ਗਵਰਨਰ ਆ ਸਟੇਟ 'ਚ ਹੈਗੇ ਆ ਜੋ ਵੀ ਕੁਈਨ ਦੇ ਨੁਮਾਇੰਦੇ ਹੈਗੇ ਆ ਜੀ। ਉਹਨਾਂ ਨੇ ਉਹ ਏਜੰਡਾ ਪੜ੍ਹ ਦੇਣਾ ਹੁੰਦਾ ਆ ਸਰਕਾਰ ਨੇ ਲਿਖ ਕੇ ਦਿੱਤਾ ਤੇ ਉਹਨਾਂ ਨੇ ਪੜ੍ਹ ਦਿੱਤਾ ਸੋ ਉਹਦੇ ਵਿੱਚ ਥਰੋਨ ਸਪੀਚ ਦਾ ਭਾਵ ਇਹ ਆ ਕਿ ਜਿਹੜਾ ਕੁਈਨ ਦਾ ਰਿਪਰੈਜ਼ੈਂਟੇਟਿਵ ਹੈ ਉਹਨੇ ਸਰਕਾਰ ਦਾ ਏਜੰਡਾ ਪੜ੍ਹ ਕੇ ਸੁਣਾਉਣਾ ਸੀਗਾ ਗਵਰਨਮੈਂਟ ਦਾ ਏਜੰਡਾ ਜਿਹੜਾ ਕੁਈਨ ਦਾ ਜਾਂ ਜਿਹਨੂੰ ਆਪਾਂ ਕਰਾਊਨ ਕਹਿੰਦੇ ਆ ਉਹਦਾ ਰਿਪਰੈਜ਼ੈਂਟੇਟਿਵ ਹੈ ਉਹ ਪੜ੍ਹ ਕੇ ਸੁਣਾਉਂਦਾ ਜੀ, ਜੀ। ਇੱਕ ਕਿਸਮ ਦਾ ਇਹ ਕਹਿ ਲਓ ਕਿ ਇੱਕ ਕਿਸਮ ਦੀ ਸਕ੍ਰਿਪਟ ਹੁੰਦੀ ਹੈ ਜੀ, ਜੀ। ਤੇ ਉਹ ਨਰੇਟਰ ਹੈ ਜਿਹੜਾ ਉੱਥੇ ਪੜ੍ਹ ਕੇ ਸੁਣਾਉਂਦਾ ਜੀ 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 ਬਿਲਕੁਲ ਹਾਂਜੀ ਜੀ ਸੋ ਇਹ ਗੱਲ ਜਿਹੜੀ ਆ ਇੱਕ ਬਹੁਤ ਹੀ ਸਾਦੇ ਤੇ ਜਿਹਨੇ ਪੰਜਾਬੀ ਦੇ ਵਿੱਚ ਸਮਝ ਆਉਣ ਵਾਲੀ ਗੱਲ ਬਿਲਕੁਲ ਕਿਉਂਕਿ ਭਾਰਤ ਦੇ ਨਾਲ ਮੈਂ ਤਾਂ ਹੀ ਰਿਲੇਟ ਕੀਤਾ ਕਿਉਂਕਿ ਉੱਥੇ ਰਾਸ਼ਟਰਪਤੀ ਪੜ੍ਹਦਾ ਆ ਜੀ। ਹਾਲਾਂਕਿ ਹੁਣ ਉੱਥੇ ਮੋਦੀ ਸਾਹਿਬ ਨੇ ਲਿਖ ਕੇ ਦਿੱਤਾ ਰਾਸ਼ਟਰਪਤੀ ਨੇ ਸਿਰਫ ਪੜ੍ਹਨੀ ਸੀਗੀ ਬਿਲਕੁਲ। ਉਹੀ ਇੱਥੇ ਹੁੰਦਾ ਹੈ ਬਾਬੀ ਜੀ ਜਿਹੜੀਆਂ ਇਹ ਬੇਸਿਕ ਗੱਲਾਂ ਮੈਂ ਤੁਹਾਡੇ ਨਾਲ ਤਾਂ ਕਰ ਰਿਹਾ ਕਿਉਂਕਿ ਕੈਨੇਡਾ ਦੀ ਸਿਆਸਤ ਬਾਰੇ ਸਾਡੇ ਜਿਹੜੇ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਨਾ ਜੀ, ਜੀ। ਉਹ ਇਸ ਕਰਕੇ ਨਹੀਂ ਇੰਟਰਸਟ ਲੈਣਾ ਚਾਹੁੰਦੇ ਜਦੋਂ ਥਰੋਨ ਸਪੀਚ ਹੋਗੀ ਜਾਂ ਹੋਰ ਉਹਨਾਂ ਨੂੰ ਲੱਗਦਾ ਵੀ ਵੱਡੇ ਵੱਡੇ ਭਾਰੇ ਸ਼ਬਦ ਆ ਇਹ ਅਸਲ 'ਚ ਹੈ ਕੀ ਹੈ ਜੀ, ਜੀ। ਮੇਰਾ ਮਕਸਦ ਇਹ ਹੈ ਵੀ ਅੱਜ ਚਾਹੇ ਆਪਾਂ 40 45 50 ਮਿੰਟ ਗੱਲ ਕਰੀਏ ਜੀ, ਜੀ। ਲੋਕਾਂ ਦੇ ਆਮ ਜਨਤਾ ਦੇ ਪੱਧਰ ਦੀ ਗੱਲ ਕਰੀਏ ਚਾਹੇ ਸਾਲ ਪਹਿਲਾਂ ਕੋਈ ਆਇਆ ਉਹਨੂੰ ਵੀ ਸਮਝ ਆਵੇ ਅਸਲ 'ਚ ਪੋਲਿਟਿਕਸ ਕੀ ਹੈ ਇੱਥੋਂ ਮੈਂ ਬਿਲਕੁਲ ਅਗਰੀ ਕਰਦਾ ਹਾਂ ਜੀ। ਜੇ ਥਰੋਨ ਸਪੀਚ ਸ਼ਬਦ ਬੜਾ ਭਾਰਾ ਹੈ ਹਾਂ ਬਿਲਕੁਲ ਉਹ ਲੱਗਦਾ ਪਤਾ ਨਹੀਂ ਕਿਹੜੀ ਗੱਦੀ ਤੇ ਬੈਠ ਕੇ ਕਿਹੜੀ ਸਪੀਚ ਹੋ ਰਹੀ ਹੈ ਬਿਲਕੁਲ। ਪਰ ਇਹ ਸਰਲ ਸ਼ਬਦਾਂ ਦੇ ਵਿੱਚ ਆਹੀ ਆ ਇਹ 'ਚ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਇਹ ਇੱਕ ਸਰਕਾਰ ਦਾ ਏਜੰਡਾ ਹੀ ਪੜ੍ਹਨਾ ਹੁੰਦਾ ਹੈ ਪਰ ਜਦੋਂ ਇਸ ਤੋਂ ਪਹਿਲਾਂ ਮੀਡੀਆ ਚ ਆਉਣ ਤੋਂ ਪਹਿਲਾਂ ਜਾਂ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਥਰੋਨ ਸਪੀਚ ਵੀ ਡਰੋਨ ਸਪੀਚ ਹੀ ਨਜ਼ਰ ਆਉਂਦੀ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਕਿ ਆਪਾਂ ਲੋਕਾਂ ਦੇ ਪੱਧਰ ਦੀ ਜਿਹੜੀ ਸੋ ਤੁਸੀਂ ਕਹਿ ਰਹੇ ਸੀ ਵੀ ਜਿਹੜੀਆਂ ਕੈਨੇਡਾ ਦੇ ਵਿੱਚ ਚਾਹੇ ਪੀਸੀ ਪਾਰਟੀ ਹੈ ਜਾਂ ਉਹਨੂੰ ਤੁਸੀਂ ਸੱਜੇ ਪੱਖੀ ਕਹਿੰਦੇ ਫਿਰ ਲਿਬਰਲ ਸੈਂਟਰ ਚ ਆ ਗਈ ਫਿਰ ਉਸ ਤੋਂ ਬਾਅਦ ਐਨਡੀਪੀ ਜਾਂ ਕਿਊਬਕ ਜਿਹੜੀ ਹਾਂਜੀ ਉਹ ਆ ਗਈਆਂ ਖੱਬੇ ਜੀ, ਜੀ। ਇਹ ਕਿਸ ਤਰ੍ਹਾਂ ਦਾ ਜਿਹੜਾ ਇਹ ਮਾਪਦੰਡ ਹੁੰਦਾ ਹੈ ਦੇਖੋ ਰਾਈਟ ਲੀਨਿੰਗ ਪਾਰਟੀਆਂ ਉਹ ਹੈਗੀਆਂ ਆ ਜਿਹੜੀਆਂ ਕਿ ਸੋਸ਼ਲੀ ਕੰਜ਼ਰਵੇਟਿਵ ਮੰਨੀਆਂ ਜਾਂਦੀਆਂ ਮਤਲਬ ਕਿ ਜਿਨ੍ਹਾਂ ਦੇ ਸੋਸ਼ਲ ਇਸ਼ੂਜ਼ ਦੇ ਉੱਤੇ ਉਹ ਇੱਕ ਸੋਚ ਰੱਖਦੀਆਂ ਜਿਵੇਂ ਸੇਮ ਸੈਕਸ ਮੈਰਿਜ ਦਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਠੀਕ ਹੈ ਹੁਣ ਤਾਂ ਵੈਸੇ ਕੰਜ਼ਰਵੇਟਿਵ ਪਾਰਟੀ ਉਹਦੇ ਖਿਲਾਫ ਨਹੀਂ ਹੈਗੀ ਪਰ ਉਹ ਲੋਕ ਨੇ ਜਿਹੜੇ ਉਹਦੇ ਖਿਲਾਫ ਸੀਗੇ ਠੀਕ ਹੈ ਜਾਂ ਜਿਹੜੇ ਅਬੋਰਸ਼ਨ ਰਾਈਟ ਵੂਮਨ ਦੇ ਆ ਜ਼ਿਆਦਾਤਰ ਉਹਦੇ ਖਿਲਾਫ ਹੋਣਗੇ ਥੋੜੇ ਜਿਹੇ ਧਾਰਮਿਕ ਵਿਚਾਰਧਾਰਾ ਦੇ ਹੋਣਗੇ ਪਿੰਡੂ ਲੋਕ ਹੋਣਗੇ ਉਹ ਘੱਟ ਟੈਕਸਸ ਛੋਟੀ ਗਵਰਨਮੈਂਟ ਉਹਦੇ ਹੱਕ ਦੇ ਵਿੱਚ ਹੋਣਗੇ ਕ੍ਰਾਈਮ ਦੇ ਪ੍ਰਤੀ ਥੋੜਾ ਸਖਤ ਰਵੱਈਆ ਰੱਖਣ ਵਾਲੇ ਹੋਣਗੇ ਥੋੜਾ ਜਿਹਾ ਐਂਟੀ ਇਮੀਗ੍ਰੇਸ਼ਨ ਵੀ ਹੋ ਸਕਦੇ ਆ ਸੋ ਇਹ ਜਿਹੜੇ ਉਹਦੀ ਪਾਲਿਸੀਜ਼ ਹੈਗੀ ਜਿਵੇਂ ਅਮਰੀਕਾ ਦੇ ਵਿੱਚ ਰਿਪਬਲਿਕਨ ਪਾਰਟੀ ਆ ਕੰਜ਼ਰਵੇਟਿਵ ਪਾਰਟੀ ਜਿਹੜੀ ਹੈਗੀ ਆ ਕੈਨੇਡਾ ਦੇ ਵਿੱਚ ਜੀ ਸੋ ਉਹ ਥੋੜੀ ਜੀ ਰਾਈਟ ਲੀਨਿੰਗ ਮੰਨੀ ਜਾਂਦੀ ਹੈ ਤੇ ਜਿਹੜੇ ਲਿਬਰਲ ਹੈਗੇ ਲਿਬਰਲ ਜ਼ਿਆਦਾਤਰ ਹੈਗੇ ਆ ਉਹ ਸੈਂਟਰ ਤਾਂ ਮੰਨੇ ਜਾਂਦੇ ਆ ਉਹ ਕਿਤੇ ਨਾ ਕਿਤੇ ਦਾ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਕੁਛ ਇੱਕ ਹੈਗੇ ਆ ਉਹ ਚੀਜ਼ਾਂ ਨੂੰ ਅਪਣਾ ਲੈਂਦੇ ਆ ਪਰ ਨਾਲ ਦੀ ਨਾਲ ਜਿਹੜੀ ਐਨਡੀਪੀ ਜਿਹੜੀ ਐਕਸਟ੍ਰੀਮ ਲੈਫਟ ਹੈ ਜਿਹੜੀ ਕਿ ਬਿਲਕੁਲ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਭਾਰਤ ਕਾਮਰੇਡ ਹੁੰਦੇ ਸੀਗੇ ਜੀ ਉਸ ਤਰ੍ਹਾਂ ਹੈਗੇ ਹਾਂਜੀ ਮੈਂ ਅਗਰ ਤੁਹਾਨੂੰ ਉਹਨਾਂ ਦਾ ਦੇਖਿਆ ਜਾਵੇ ਤਾਂ ਭਾਰਤ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਮੋਸਟ ਲਾਈਕਲੀ ਕੰਜ਼ਰਵੇਟਿਵ ਪਾਰਟੀ ਹੈ ਪੀਸੀ ਹੋ ਹਾਂਜੀ ਉਹ ਰਾਈਟ ਲੀਨਿੰਗ ਪਾਰਟੀਆਂ ਹੋ ਗਈਆਂ ਕਾਂਗਰਸ ਹੋ ਗਈ ਕਾਂਗਰਸ ਲਿਬਰਲ ਹੋ ਗਈ ਤੇ ਜਿਹੜੇ ਮਮਤਾ ਬੈਨਰਜੀ ਦੀ ਹੋ ਗਈ ਪਾਰਟੀ ਕਾਮਰੇਡ ਹੋ ਗਏ ਆਪ ਹੋ ਗਏ ਉਹ ਸਾਰੇ ਹੋ ਗਏ ਐਨਡੀਪੀ ਜਿਹਨੂੰ ਆਪਾਂ ਭਾਰਤੀ ਸਮਾਜ ਪਾਰਟੀ ਜੇ ਕਹਿੰਦੇ ਆ ਉਹਨਾਂ ਦਾ ਸਮਾਜਵਾਦੀ ਪਾਰਟੀ ਹੋ ਗਈ ਉਹ ਬਿਟ ਸੋਸ਼ਲਿਸਟ ਹੈ ਜਿਹੜੀ ਐਨਡੀਪੀ ਵੀ ਹੈ ਉਹਦਾ ਏਜੰਡਾ ਥੋੜਾ ਜਿਹਾ ਸੋਸ਼ਲਿਸਟ ਹੈਗਾ ਪ੍ਰੋ ਪੀਪਲ ਉਹ ਚਾਹੁੰਦੇ ਕਿ ਲੋਕਾਂ ਨੂੰ ਬੈਨੀਫਿਟ ਵੱਧ ਹੋਣੇ ਚਾਹੀਦੇ ਆ ਸੋ ਲਿਬਰਲ ਜਿਹੜੀ ਆ ਉਹ ਦੋਵਾਂ ਦਾ ਜੋ ਸੁਮੇਲ ਹੈਗਾ ਉਹ ਲਿਬਰਲ ਪਾਰਟੀ ਲਿਬਰਲ ਹੈ ਜੀ ਸੋ ਮੈਂ ਦਰਸ਼ਕਾਂ ਨੂੰ ਵੀ ਨੰਬਰ ਅਨਾਉਂਸ ਕਰ ਦਵਾਂ ਜੇ ਅਗਰ ਕਿਸੇ ਕਿਸਮ ਦਾ ਸਵਾਲ ਜਾਂ ਸੁਝਾਅ ਜਾਂ ਤੁਸੀਂ ਕੋਈ ਆਪਣੀ ਰਾਏ ਦੇਣੀ ਚਾਹੁੰਦੇ ਆ ਬੌਬੀ ਸਿੱਧੂ ਜੀ ਸਾਡੇ ਸਟੂਡੀਓ ਦੇ ਵਿੱਚ ਆਏ ਔਰ ਚੰਗੀ ਪਕੜ ਹੈ ਇਹਨਾਂ ਦੀ ਪੋਲਿਟਿਕਸ ਦੇ ਉੱਪਰ ਜਿਹੜੀ ਕੈਨੇਡਾ ਦੀ ਸਿਆਸਤ ਦੇ ਉੱਪਰ 647 497 9904 647 497 9904 8904 8904 मतलब मैं 99 ਤਾਂ ਕਰ ਰਿਹਾ ਕਿ ਮੇਰੀ ਕਨਫਿਊਜ਼ ਹੋ ਜਾਂਦੀ ਹੈ ਸੋ 8904 ਦੇ ਉੱਪਰ ਤੁਸੀਂ ਕਾਲ ਕਰਨੀ ਹੈ 6474978904 ਉੱਪਰ ਕਾਲ ਕਰਕੇ ਤੁਸੀਂ ਆਪਣਾ ਸੁਝਾਅ ਜਾਂ ਕੋਈ ਸਵਾਲ ਕਰਨਾ ਚਾਹੁੰਦੇ ਆ ਤਾਂ ਡਾਇਰੈਕਟ ਬੌਬੀ ਸਿੱਧੂ ਜੀ ਨਾਲ ਕਰ ਸਕਦੇ ਹੋ ਸੋ ਬੌਬੀ ਜੀ ਇਸ ਤੋਂ ਥੋੜਾ ਜਿਹਾ ਆਪਾਂ ਅੱਗੇ ਨੂੰ ਚੱਲੀਏ ਟਰੂਡੋ
ਟਰੂਡੋ ਸਰਕਾਰ ਦੀ ਪੂਰੇ ਵਰਲਡ ਦੇ ਵਿੱਚ ਜਿਹੜੀ ਬੱਲੇ ਬੱਲੇ ਹੋਈ ਹੈ ਕਰੋਨਾ ਮਹਾਮਾਰੀ ਦੇ ਦੌਰਾਨ ਜੀ, ਔਰ ਖੁੱਲੇ ਗੱਫੇ ਦਿੱਤੇ ਆ, ਚਾਹੇ ਆਪਾਂ ਲੋਕਾਂ ਦੀ ਗੱਲ ਕਰੀਏ ਚਾਹੇ ਛੋਟੇ ਬਿਜ਼ਨਸ ਦੀ ਗੱਲ ਕਰੀਏ, ਸਾਰਿਆਂ ਨੂੰ ਖੁੱਲੇ ਗੱਫੇ ਦਿੱਤੇ ਆ। ਮਤਲਬ ਲੋਕਾਂ ਦੇ ਪੱਧਰ ਤੋਂ ਦੇਖਿਆ ਜਾਵੇ ਤਾਂ ਜਿਹੜੀ ਲਿਬਰਲ ਸਰਕਾਰ ਹੈ ਜਾਂ ਟਰੂਡੋ ਸਰਕਾਰ ਹੈ ਉਹ ਇੱਕ ਲੋਕ ਲੁਭਾਊ ਨੀਤੀਆਂ ਜਿਹੜੀਆਂ ਲੈ ਕੇ ਆ ਰਹੀ ਹੈ ਜੀ। ਹੁਣ ਵੀ ਜਦੋਂ ਇਹ ਪਿਛਲੇ ਦਿਨਾਂ ਦੇ ਵਿੱਚ ਅਨਾਉਂਸਮੈਂਟ ਹੋਈ ਹੈ, ਜੇ ਕੱਲ ਦੀ ਜੀ ਗੱਲ ਕਰੀਏ ਤਾਂ ਕੁਝ ਅਨਾਉਂਸਮੈਂਟ ਫੇਰ ਹੋਈਆਂ ਕਿ ਕੁਝ ਪ੍ਰੋਗਰਾਮਸ ਆ ਜਿਹੜੇ ਉਹ ਐਕਸਪੈਂਡ ਕੀਤੇ ਜਾ ਰਹੇ ਆ ਜੀ ਜੀ। ਇਹ ਕਿਸ ਤਰ੍ਹਾਂ ਦੀ ਸਿਆਸਤ ਤੁਸੀਂ ਦੇਖ ਰਹੇ ਹੋ? ਇਹਨੂੰ ਸਿਆਸਤ ਕਹੀਏ ਜਾਂ ਲੋਕ ਲੁਭਾਊ ਨੀਤੀਆਂ ਕਹੀਏ ਕਿ ਸੱਚੀ ਮੁੱਚੀ ਲੋਕਾਂ ਦੇ ਅੰਦਰ ਦਰਦ ਹੈ? ਕਿਉਂਕਿ ਪੀਸੀ ਜਾਂ ਐਨਡੀਪੀ ਦੀ ਗੱਲ ਕਰੀਏ ਤਾਂ ਉਹ ਨਹੀਂ ਇਹ ਸਮਝਦੀਆਂ। ਰਮਨ ਜੀ ਦੇਖੋ, ਇੱਕ ਬਹੁਤ ਔਖੇ ਦੌਰ ਦੇ ਜਿਸ ਥਰੂ ਅਸੀਂ ਗੁਜ਼ਰ ਰਹੇ ਹਾਂ। ਕੋਵਿਡ-19 ਅਨਪ੍ਰੈਜ਼ੀਡੈਂਟ ਟਾਈਮ ਇੱਕ ਸੋਚਿਆ ਨਹੀਂ ਸੀਗਾ ਕਿ ਇਹੋ ਜਿਹੇ ਵੀ ਹਾਲਾਤ ਹੋਣਗੇ। ਜੀ ਬਿਲਕੁਲ। ਕੱਲਾ ਕੈਨੇਡਾ ਦੀ ਸਰਕਾਰ ਨੇ ਨਹੀਂ, ਬਾਕੀ ਦੁਨੀਆ ਦੀ ਸਾਰੀਆਂ ਸਰਕਾਰਾਂ ਨੇ ਪੈਸਾ ਬੜਾ ਖਰਚਿਆ ਆ। ਕਿਉਂਕਿ ਇਸ ਵੇਲੇ ਸਭ ਤੋਂ ਵੱਡਾ ਸੰਕਟ ਹੈਗਾ ਆ ਲੋਕਾਂ ਦੀਆਂ ਜਾਨਾਂ ਬਚਾਉਣੀਆਂ, ਨਾਲ ਦੀ ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਬਚਾਉਣਾ ਹੈਗਾ। ਬਿਲਕੁਲ ਬਿਲਕੁਲ। ਲੋਕ ਲੁਭਾਊ ਨੀਤੀ ਦੀ ਗੱਲ ਕਰਦੇ ਹਾਂ ਜੇਕਰ ਆਪਾਂ, ਐਨਡੀਪੀ ਦਾ ਹਮੇਸ਼ਾ ਸਪੋਰਟ 'ਚ ਰਹੀ ਆ, ਉਹਦਾ ਸੋਚ ਚਾਹੁੰਦੀ ਹੈ ਕਿ ਹੋਰ ਵੀ ਦਿੱਤਾ ਜਾਵੇ ਲੋਕਾਂ ਦੇ ਲਈ। ਠੀਕ ਹੈ। ਕੰਜ਼ਰਵੇਟਿਵ ਪਾਰਟੀ ਨੇ ਬੈਨੀਫਿਟਸ ਨੂੰ ਇਹ ਨਹੀਂ ਕਿਹਾ ਕਿ ਬੰਦ ਹੋਣੇ ਚਾਹੀਦੇ, ਪਰ ਉਹ ਨਾਲ ਦੀ ਨਾਲ ਉਹ ਵੀ ਕਹਿੰਦੇ ਕਿ ਕਿਤੇ ਨਾ ਕਿਤੇ ਕਰਜ਼ਾ ਬਹੁਤ ਵੱਧ ਰਿਹਾ, ਪਰ ਨਾਲ ਇਹ ਨਹੀਂ ਕਰੇ ਕਿ ਬੈਨੀਫਿਟਸ ਵੀ ਬੰਦ ਹੋਣੇ ਚਾਹੀਦੇ ਆ। ਜੇ ਥਰੋਨ ਸਪੀਚ ਦੀ ਵੀ ਜਿਹੜੀ ਵਿਰੋਧਤਾ ਹੋਈ ਆ ਜੀ, ਜਿਹੜੀ ਕੰਜ਼ਰਵੇਟਿਵ ਪਾਰਟੀ ਨੇ ਵਿਰੋਧਤਾ ਕੀਤੀ ਹੈ, ਜਦੋਂ ਥਰੋਸ ਉਹ ਜਿਹੜੀ ਕੱਲ ਨੂੰ ਵੋਟ ਪੈਣੀ, ਜਿਹੜੀ ਵੋਟ ਪੈਣ ਜਾ ਰਹੀ ਆ ਕਿ ਸਰਕਾਰ ਕੋਲ ਨੰਬਰ ਹੈਗੇ ਕਿ ਨਹੀਂ ਹੈਗੇ, ਕਿਉਂਕਿ ਮਾਈਨੋਰਿਟੀ ਸਰਕਾਰ ਆ। ਕੰਜ਼ਰਵੇਟਿਵ ਪਾਰਟੀ ਦਾ ਮੰਨਣਾ ਆ ਕਿ ਜਿਹੜੀ ਕੈਨੇਡੀਅਨ ਇਸ ਵੇਲੇ ਗਵਰਨਮੈਂਟ ਹੈ, ਲਿਬਰਲ ਪਾਰਟੀ ਜੀ, ਇਹਨੇ ਵੈਸਟਰਨ ਏਲੀਏਨੇਸ਼ਨ ਸ਼ਬਦ ਵਰਤਿਆ ਉਹਨਾਂ ਨੇ, ਖਾਸ ਕਰਕੇ ਅਲਬਰਟਾ ਨਾਲ, ਸਸਕੈਚੁਅਨ ਨਾਲ। ਉਹ ਕਹਿੰਦੇ ਕਿ ਜਿਹੜੇ ਉੱਥੋਂ ਦੇ ਪ੍ਰਾਂਤ ਹੈਗੇ ਆ, ਜਿਵੇਂ એનર્ਜੀ ਸੈਕਟਰ ਆ, ਅੱਛਾ, ਜਿਹੜਾ ਕਿ ਅਲਬਰਟਾ ਦੇ ਵਿੱਚ ਇੱਕ ਕੀ ਉੱਥੋਂ ਦੀ ਇਕਨੋਮੀ ਨੂੰ ਚਲਾਉਣ ਲਈ ਉਹ ਹੈਗਾ એનર્ਜੀ ਸੈਕਟਰ। ਠੀਕ ਹੈ। ਉਹ ਤੇ ਜਾਂ ਕੋਈ ਸਸਕੈਚੁਅਨ ਦਾ ਖੇਤੀਬਾੜੀ ਨਾਲ ਰਿਲੇਟਡ ਸੈਕਟਰ ਹੈ, ਕਹਿੰਦੇ ਉਹਦੇ ਪ੍ਰਤੀ ਇਸ ਥਰੋਨ ਸਪੀਚ ਵਿੱਚ ਕੁਝ ਹੈ ਨਹੀਂਗਾ। ਠੀਕ ਹੈ। ਤੇ ਵੈਸਟਰਨ ਏਲੀਏਨੇਸ਼ਨ ਹੈਗੀ ਹੈ। ਹੋਰ ਕਹਿੰਦੇ ਹੁੰਦੇ ਇਹ ਡਿਵਾਈਡ ਹੋਈ ਆ। ਅੱਛਾ। ਉਹ ਇਸ ਗੱਲ ਕਰਕੇ ਜ਼ਿਆਦਾ ਖਫਾ ਨਜ਼ਰ ਆ ਰਹੇ ਆ ਪੀਸੀ ਪਾਰਟੀ। ਮੈਂ ਪੀਸੀ ਕੱਲਾ ਸੀਪੀ ਵਰਗਾ ਕੋਈ ਪ੍ਰੋਗਰੈਸ, ਜੋ ਪੀਸੀ ਇੰਟੀਰੀਅਰ ਚ ਪ੍ਰੋਗਰੈਸਿਵ ਕੰਜ਼ਰਵੇਟਿਵ ਬਣ ਜਾਂਦੇ। ਪ੍ਰੋਗਰੈਸਿਵ ਜਿਹੜਾ ਹੈਗਾ ਆ ਉਹ ਵੀ ਕਾਈਂਡ ਆਫ ਸੁਮੇਲ ਬਣ ਜਾਂਦਾ, ਉਹ ਰਾਈਟ ਤੇ ਨਹੀਂ ਜਾਂਦਾ, ਥੋੜਾ ਜਿਹਾ ਵੀ ਸੈਂਟਰ ਤੇ ਹੋ ਜਾਂਦਾ। ਠੀਕ ਹੈ। ਉਹ ਪਹਿਲਾਂ ਕਿਸੇ ਟਾਈਮ ਪੀਸੀ ਹੁੰਦੀ ਸੀ, ਫਿਰ ਰਿਫਾਰਮ ਪਾਰਟੀ ਵਿੱਚੋਂ ਟੁੱਟੀ, ਸੋ ਪੀਸੀ ਜਿਹੜੀ ਸੀ ਉਹ ਖਤਮ ਹੋ ਗਈ, ਫਿਰ ਸੁਮੇਲ ਹੋਇਆ, ਕੱਲੀ ਕੰਜ਼ਰਵੇਟਿਵ। ਠੀਕ ਹੈ। ਸੋ ਪ੍ਰੋਗਰੈਸਿਵ ਜਿਹੜਾ ਸੀਗਾ ਉਹ ਸ਼ਬਦ ਨਾਲ ਤੋਂ ਉੱਤਰ ਗਿਆ। ਅੱਛਾ, ਠੀਕ ਹੈ ਨਾ ਜੀ। ਸੋ ਇਹ ਹੁਣ ਜਿਹੜਾ ਇਸ ਵੇਲੇ ਸੂਬੇ ਵਿੱਚ ਪੀਸੀ ਹੈਗੀ ਆ। ਠੀਕ ਹੈ, ਠੀਕ ਹੈ ਨਾ ਜੀ। ਤੇ ਇਹਦੇ ਵਿੱਚ ਹੁਣ ਜਿਹੜਾ ਹੈਗਾ ਵੈਸਟ ਦੀ ਗੱਲ ਕੀਤੀ ਆ, ਉਹਦੇ ਨਵੇਂ ਲੀਡਰ ਐਰਨ ਓਟੂਲ ਬਣੇ ਆ, ਉਹ ਤਾਂ ਥੋੜੇ ਜਿਹਾ ਖਫਾ ਨਜ਼ਰ ਆ ਰਹੇ ਆ। ਪਰ ਮੈਂ ਵੀ ਮੰਨਦਾ ਆ ਵੱਡੀ ਪਾਰਟੀ ਆ, ਸਿਧਾਂਤਕ ਤੌਰ ਤੇ ਮੇਨ ਆਪੋਜੀਸ਼ਨ ਪਾਰਟੀ ਹਮੇਸ਼ਾ ਆਪੋਜ਼ਿਟ ਹੀ ਜਾਂਦੀ ਹੁੰਦੀ ਆ। ਉਹਨਾਂ ਦੀ ਵੀ ਮਜਬੂਰੀ ਆ, ਉਹਨਾਂ ਦੀ ਆਪਣੀ ਵੋਟ ਬੈਂਕ ਹੈ। ਉਹਨਾਂ ਦਾ ਇੱਕ 30% ਵੋਟ ਬੈਂਕ ਪੱਕਾ ਹੀ ਆ ਕੰਜ਼ਰਵੇਟਿਵ ਪਾਰਟੀ ਦਾ ਕੈਨੇਡਾ ਦੇ ਵਿੱਚ ਜੀ, ਜਿਹੜਾ ਕਿ ਉਹ ਹਮੇਸ਼ਾ ਮਿਲਦਾ ਆ। ਜਿਹੜਾ ਕਿ ਅਲਬਰਟਾ ਵਿੱਚ ਲਾ ਲਓ, ਸਸਕੈਚੁਅਨ ਚ ਲਾ ਲਓ, ਮੈਨੀਟੋਬਾ ਦੇ ਰੂਰਲ ਏਰੀਆ ਲਾ ਲਓ, ਅੰਟੇਰੀਓ ਦੇ ਵਿੱਚ ਵੀ ਰੂਰਲ ਏਰੀਆ ਜਿਹੜਾ ਹੈਗਾ ਆ, ਉੱਥੇ ਉਹਨਾਂ ਨੂੰ ਸਪੋਰਟ ਮਿਲ ਜਾਂਦੀ। 30% ਕੈਨੇਡਾ ਦਾ ਜਿਹੜੀ ਉਹਨਾਂ ਦੀ ਬਹੁਤ ਐਸਟੈਬਲਿਸ਼ਡ ਵੋਟ ਹੈਗੀ ਆ, ਜਿਹੜੀ ਉਹ ਹਮੇਸ਼ਾ ਲੈ ਜਾਂਦੇ ਆ। ਤੇ ਲਿਬਰਲ ਪਾਰਟੀ ਜਿਹੜੀ ਹੈਗੀ ਆ ਉਹਨੇ ਜਿਹੜਾ ਏਜੰਡਾ ਲੈਂਦੇ। ਐਨਡੀਪੀ ਜਿਹੜੀ ਹੈਗੀ ਆ, ਉਹ ਜਗਮੀਤ ਸਿੰਘ ਦਾ ਕਹਿਣਾ ਸੀਗਾ ਕਿ ਸ਼ਾਇਦ ਜੋ ਤੁਸੀਂ ਦੇ ਰਹੇ ਹੋ ਇਨਫ ਨਹੀਂ ਹੈਗਾ, ਸਾਡੀਆਂ ਕੁਝ ਮੰਗਾਂ ਹੈਗੀਆਂ। ਠੀਕ ਹੈ। ਉਹਨਾਂ ਨੇ ਖਾਸ ਕਰਕੇ ਇੱਕ ਤਾਂ ਸਿੱਖ ਡੇਜ਼ ਦੀ ਗੱਲ ਕੀਤੀ, ਇੱਕ ਉਹਨਾਂ ਨੇ ਸਰਬ ਦੀ ਗੱਲ ਕੀਤੀ ਕਿ ਸਰਬ ਨੂੰ ਜਿਹੜਾ ਕੰਟੀਨਿਊ ਰੱਖਣਾ ਚਾਹੀਦਾ ਹੈ ਜੀ। ਬਲੌਕ ਵਾਲੇ ਪਹਿਲਾਂ ਲੱਗਦਾ ਸੀ ਸਭ ਤੋਂ ਸਖਤ ਸਟੈਂਡ ਲੈ ਰਹੇ, ਕਿਉਂਕਿ ਕਿਸੇ ਟਾਈਮ ਪਿਛਲੇ ਮਹੀਨੇ ਪੋਸਟ ਦੇ ਲੱਗਦਾ ਸੀ ਅਗਰ ਇਲੈਕਸ਼ਨ ਹੁੰਦੀ ਹੈ ਬਲੌਕ ਬਹੁਤ ਵੱਡਾ ਫਾਇਦਾ ਲੈ ਜਾਏਗੀ। ਠੀਕ ਹੈ। ਕਿਉਂਕਿ ਉਸ ਵੇਲੇ ਵੀ ਕੰਟਰੋਵਰਸੀ ਵੀ ਬਹੁਤ ਹੌਟ ਸੀਗੀ, ਹੋਰ ਕੀ ਇਸ਼ੂ ਸੀਗੇ ਜੀ। ਸੋ ਬਲੌਕ ਦੇ ਲੀਡਰ ਨੂੰ ਉਸ ਵੇਲੇ ਲੱਗਦਾ ਸੀ ਜੇ ਇਲੈਕਸ਼ਨ ਹੋ ਜਾਵੇ ਸ਼ਾਇਦ ਮੈਂ 50 ਸੀਟਾਂ ਦੇ ਵੀ ਪਹੁੰਚ ਜਾਵਾਂ, ਪਰ ਪਿਛਲੇ ਹਫ਼ਤੇ ਤੋਂ 2 ਹਫ਼ਤਿਆਂ ਤੋਂ ਫਿਰ ਉਹ ਬਰਾਬਰ ਦੀ ਰੇਸ ਹੋ ਗਈ ਕੁਬੈਕ ਦੀ, ਕਿਉਂਕਿ ਕੁਬੈਕ ਬੇਸਡ ਪਾਰਟੀ ਆ ਜੀ। ਸੋ ਉਹਨਾਂ ਦਾ ਵੀ ਕੁਛ ਇੱਕ ਜਿਹੜਾ ਹੁਣ ਰਵੱਈਆ ਨਰਮ ਹੋ ਗਿਆ ਵਾ। ਪਹਿਲਾਂ ਤਾਂ ਲੱਗਦਾ ਸੀ ਸਰਕਾਰ ਦੇ ਖਿਲਾਫ ਹੀ ਵੋਟ ਪਾਉਣਗੇ, ਪਰ ਉਹ ਕਹਿਣ ਲੱਗ ਪਏ ਆ ਕਿ ਮੈਂ ਸਰਕਾਰ ਦੇ ਹੱਕ 'ਚ ਵੋਟ ਪਾ ਸਕਦਾ, ਪਰ ਗਵਰਨਮੈਂਟ ਦੀ ਇੱਕ ਸ਼ਰਤ ਹੈ ਕਿ $28 ਬਿਲੀਅਨ ਉਹ ਵਿਦਨ ਹਫਤਾ ਸੂਬਿਆਂ ਨੂੰ ਪ੍ਰਦਾਨ ਕਰੇ ਹੈਲਥ ਕੇਅਰ ਵਾਸਤੇ।
ਹਰੇਕ ਸੂਬੇ ਨੂੰ ਟੋਟਲ ਹਾਂਜੀ ਉਹ ਪ੍ਰਦਾਨ ਕਰੇ ਤਾਂ ਮੈਂ ਫਿਰ ਜੀ ਮਦਦ ਕਰ ਦਾਂਗਾ, ਸਪੋਰਟ ਕਰ ਦਾਂਗਾ। ਠੀਕ ਹੈ। ਤੇ ਜਗਮੀਤ ਉਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਜੀ ਮੈਂ ਸਿੱਖ ਦੇਸ਼ ਦੇ ਤੇ ਸਰਬ ਦੇ ਕਰਕੇ। ਹੁਣ ਜਸਟਿਨ ਟਰੂਡੋ ਹੋਣਾ ਨੇ ਕੀ ਕੀਤਾ ਹੈ, ਜਿਹੜਾ ਉਹਨਾਂ ਨੇ ਥਰੋਨ ਸਪੀਚ ਲਿਆਂਦੀ ਹੈ ਜੀ, ਉਹਨਾਂ ਨੇ ਜਗਮੀਤ ਸਿੰਘ ਦੀਆਂ ਆਲਮੋਸਟ ਸਾਰੀਆਂ ਸ਼ਰਤਾਂ ਮੰਨ ਲਈਆਂ ਹੈ, ਪਰ ਰੂਪਰੇਖਾ ਇਹੋ ਜਿਹੀ ਦਿੱਤੀ ਹੈ ਕਿ ਮੈਂ ਤੇਰਾ ਕਹਿਣਾ ਨਹੀਂ ਮੰਨਿਆ, ਮੈਂ ਮਨਮਰਜ਼ੀ ਨਾਲ ਕਰ ਰਿਹਾ ਹਾਂ। ਠੀਕ ਹੈ। ਦੇਖੋ ਰਾਜਨੀਤੀ ਦੇ ਵਿੱਚ ਹੁੰਦਾ ਕ੍ਰੈਡਿਟ ਕਿਹਨੇ ਲੈਣਾ ਹੈ। ਰਾਜਨੀਤੀ 'ਚ ਕਾਮਯਾਬ ਕਿਹੜਾ ਹੁੰਦਾ, ਜਿਹੜਾ ਦੁਕਾਨਦਾਰ ਆਪਣਾ ਸੌਦਾ ਵਧੀਆ ਵੇਚ ਗਿਆ। ਠੀਕ ਹੈ ਨਾ। ਉਹਨਾਂ ਨੂੰ ਇਹ ਵੀ ਪਤਾ ਹੈ ਕਿ ਇਹ ਜੇ ਮੈਂ ਜਗਮੀਤ ਦੀ ਸ਼ਬਦਾਵਲੀ ਦੇ ਅਨੁਸਾਰ ਇਹ ਸਾਰੀਆਂ ਤਬਦੀਲੀਆਂ ਆਵਾਂ ਤੇ ਜਗਮੀਤ ਕਹੇਗਾ ਜੀ ਨਾ ਮੈਂ ਕਰਾਇਆ ਹੈ। ਹੁਣ ਉਹ ਕਹਿ ਰਿਹਾ ਕਿ ਸਰਬ ਜਿਹੜੀ ਹੈ, ਸਰਬ ਨੂੰ ਮੈਂ ਖਤਮ ਕਰ ਰਿਹਾ ਹਾਂ, ਪਰ ਈਆਈ ਜਿਹੜੀ ਹੈਗੀ ਆ ਉਹ 'ਚ ਮੈਂ ਸੋਧ ਕਰ ਰਿਹਾ, ਉਹਦੇ 'ਚ ਕਨਵਰਟ ਕਰ ਦੇਣਾ। ਹਾਂਜੀ, ਉਹ 'ਚ ਈਆਈ ਪਹਿਲਾਂ 400 ਸੀ, ਉਹ 500 ਤੱਕ ਕਰਤੀ। ਨਾਲ ਹੋਰ ਉਹਨੂੰ ਵਾਧਾ ਵੀ ਕਰਤਾ। ਵਾਧਾ ਕਿਵੇਂ? ਪਹਿਲਾਂ ਉਹ 'ਚ ਸਿੱਖ ਦੇਸ਼ ਵੀ ਕਰਤੇ ਕਿ ਅਗਰ ਕਿਨੇ ਕਿਸੇ ਨੂੰ ਸਿੱਖ ਹੋ ਜਾਏਗਾ ਉਹਨੂੰ $500 ਜਿਹੜਾ ਹੈਗਾ, ਜੇ ਉਹਨੂੰ ਆਈਸੋਲੇਟ ਵੀ ਕਰਨਾ ਪੈਂਦਾ ਹੈ ਕੁਛ ਕਰਕੇ, ਜਿਵੇਂ ਕੰਟੈਕਟ ਕਰਕੇ ਉਸਨੂੰ ਆਈਸੋਲੇਟ ਹੋਣਾ ਪੈਂਦਾ ਕਿ ਉਹਨੂੰ ਮਿਲਣਾ, ਤੁਹਾਨੂੰ ਜੀ ਆਈਸੋਲੇਟ ਹੋਣਾ ਪੈਣਾ ਹੈ ਕਿ ਅਸੀਂ ਉਹ ਵੀ ਉਹਨੂੰ 2 ਹਫ਼ਤੇ ਪੇ ਕਰਾਂਗੇ $500। ਠੀਕ ਹੈ। ਨਾਲ ਦੀ ਨਾਲ ਅਗਰ ਕਿਸੇ ਦਾ ਬੱਚਾ 12 ਸਾਲ ਤੋਂ ਹੇਠਿਆ ਜਾਂ ਕੋਈ ਡਿਸੇਬਲਡ ਹੈਗਾ, ਉਹਦੀ ਟੇਕ ਕੇਅਰ ਤੁਸੀਂ ਕਰਨੀ ਹੈ। ਉਹਨੇ ਕਹਿੰਦਾ ਕਿ ਮੈਂ ਉਹਦਾ ਵੀ ਉਹਨੂੰ ਵੀ 26 ਹਫ਼ਤੇ ਤੱਕ ਮੈਂ ਦੇਵਾਂਗਾ ਪੈਸੇ $500। ਸੋ ਓਵਰਆਲ ਜਿਹੜੀ ਸਿਚੁਏਸ਼ਨ ਹੈਗੀ ਆ ਉਹ 'ਚ ਉਹਨਾਂ ਨੇ ਆਪਣੀ ਜਗਮੀਤ ਸਿੰਘ ਦੀਆਂ ਵੀ ਮੰਗਾਂ ਮੰਨ ਲਈਆਂ, ਪਰ ਏਜੰਡਾ ਆਪਣਾ ਲਿਆਂਦਾ। ਇਹ ਉਹਨਾਂ ਨੂੰ ਕ੍ਰੈਡਿਟ ਨਹੀਂ। ਹੁਣ ਜਗਮੀਤ ਸਿੰਘ ਲਈ ਇੱਕ ਸਮੱਸਿਆ ਇਹ ਹੋ ਗਈ ਹੈ ਕਿ ਜੀ ਮੈਂ ਜਿਹੜੀ ਗੱਲ ਕਹਿਣਾ ਉਹ ਮੰਨਤਾ ਗਏ ਹੈ, ਪਰ ਉਸ ਰੂਪ 'ਚ ਨਹੀਂ ਮੰਨਿਆ। ਹਾਂਜੀ, ਅਗਰ ਹੁਣ ਮੈਂ ਵੋਟ ਨਹੀਂ ਪਾਊਂਗਾ ਤਾਂ ਉਹਨਾਂ ਤੇ ਪ੍ਰੈਸ਼ਰ ਹੈਗਾ ਹੈ ਜੋ ਸਪੋਰਟ ਕਿਉਂ ਨਹੀਂ ਕਰਨਗੇ, ਕਿਉਂਕਿ ਲੋਕ ਵੀ ਤਾਂ ਇਸ ਚੀਜ਼ ਨੂੰ ਦੇਖਦੇ ਨੇ ਕਿ ਜੇ ਮੰਨ ਲਓ ਬੌਬੀ ਸਿੱਧੂ ਹੋਰਾਂ ਨੇ ਕਿ ਕੋਈ ਮੰਗ ਮੇਰੇ ਤੋਂ ਕੀਤੀ ਹੈ, ਮੈਂ ਮੰਗ ਤਾਂ ਉਹ ਮੰਨ ਲਈ ਪਰ ਟਾਈਟਲ ਉਹਦਾ ਬਦਲਦਾ। ਬਿਲਕੁਲ। ਤੇ ਲੋਕ ਇਸ ਚੀਜ਼ ਨੂੰ ਜ਼ਰੂਰ ਦੇਖਣਗੇ ਕਿ ਐਨਡੀਪੀ ਨੇ ਜੋ ਚੀਜ਼ਾਂ ਕਹੀਆਂ ਸੀ ਉਹ ਹੂਬਹੂ ਉਹਨਾਂ ਨੇ ਮੰਨ ਲਈਆਂ, ਪਰ ਉਹਨਾਂ ਦਾ ਜਿਹੜਾ ਰੂਪ ਆ ਬਦਲ ਕੇ ਪੇਸ਼ ਕੀਤਾ ਗਿਆ। ਹਾਂ, ਪਰ ਨਾਲੇ ਵੀ ਜਸਟਿਨ ਟਰੂਡੋ ਇਹ ਕਰੇ ਮੇਰਾ ਵੀ ਮੰਗਾ ਨਹੀਂ ਮੰਨੀ ਹੈ, ਇਹ ਮੇਰਾ ਆਪਣਾ ਏਜੰਡਾ ਸੀਗਾ। ਅੱਛਾ, ਇਹ ਤਾਂ ਕਹਿ ਰਹੇ ਸੀ ਪਰ ਮੈਂ ਤਾਂ ਆਲਰੇਡੀ ਇਸ ਕਰਨ ਨੂੰ ਤਿਆਰ ਸੀਗਾ। ਜਿਵੇਂ ਥਰੋਨ ਸਪੀਚ ਉਹਨਾਂ ਨੇ ਯੂਨੀਵਰਸਲ ਫਾਰਮਾ ਕੇਅਰ ਦੀ ਗੱਲ ਕੀਤੀ ਆ, ਜਗਮੀਤ ਸਿੰਘ ਵੀ ਪਹਿਲਾਂ ਕਹਿੰਦੇ ਰਹੇ ਆ, ਪਰ ਪਹਿਲਾਂ ਵੀ ਉਹਨਾਂ ਨੇ ਨਹੀਂ ਸੀ ਕਿ ਕਦੋਂ ਲਾਗੂ ਕਰਨਾ, ਹੁਣ ਵੀ ਨਹੀਂ ਕਿਹਾ, ਪਰ ਕਹਿੰਦੇ ਲਿਆਵਾਂਗੇ। ਸੋ ਇੱਕ ਮਾਫ ਕਰਨਾ ਤੁਹਾਡਾ, ਮੈਂ ਥੋੜਾ ਜਿਹਾ ਹੋਰ ਇਜ਼ਾਫਾ ਕਰਨਾ ਚਾਹੁੰਦਾ। ਜੇ ਤੁਸੀਂ ਕਹਿ ਰਹੇ ਆ ਕਿ ਵੀ ਟਰੂਡੋ ਹੋਣੇ ਕਹਿ ਰਹੇ ਆ ਕਿ ਵੀ ਇਹਨਾਂ ਦੀ ਗੱਲ ਨਹੀਂ ਮੰਨੀ, ਵੀ ਮੈਂ ਤਾਂ ਪਹਿਲਾਂ ਇਹ ਸਮਝਦਾ ਸੀ ਵੀ ਇਹ ਹੋਣਾ ਚਾਹੀਦਾ, ਕਰੂੰਗਾ ਵੀ, ਇਹਨੂੰ ਤੁਸੀਂ ਕਿਸ ਚੀਜ਼ ਦਾ ਨਾਮ ਦਿੰਦੇ? ਰਾਜਨੀਤੀ ਹੈ ਜਾਂ ਸਿਰਫ ਹੈਂਕੜ ਹੈ? ਮੈਂ ਇਹਨੂੰ ਰਾਜਨੀਤੀ ਜ਼ਿਆਦਾ ਕਹੂੰਗਾ, ਪਰ ਕਿਉਂਕਿ ਟਰੂਡੋ ਜਿਹੜੇ ਹੈਗੇ ਆ ਉਹ ਪਵਾਂਗ ਲਿਬਰਲ ਸੈਂਟਰਲ ਪਾਰਟੀ ਹੈਗੀ ਹੈ, ਜਿਹੜੀ ਉਹਦੀ ਆਪਣੀ ਵਿਚਾਰਧਾਰਾ ਸੋਚ ਹੈ ਨਾ, ਉਹ ਲਿਬਰਲ ਪਾਰਟੀ ਵਿੱਚ ਥੋੜੀ ਜ਼ਿਆਦਾ ਖੱਬੇ ਪਾਸੇ ਵਾਲੀ ਹੈ। ਅੱਛਾ, ਉਹ ਥੋੜੇ ਜਿਹੇ ਲੈਫਟਿਸਟ ਮੰਨੇ ਜਾਂਦੇ। ਉਹਨਾਂ ਦੇ ਪਿਤਾ ਜੀ ਵੀ ਪਹਿਲਾਂ ਸੀਸੀਸੀਪੀ ਜਿਹੜੀ ਐਨਡੀਪੀ ਨੂੰ ਪੇਰੈਂਟ ਪਾਰਟੀ ਸੀ ਉਹਦੇ ਮੈਂਬਰ ਰਹੇ ਆ। 2015 ਦੇ ਵਿੱਚ ਜਦੋਂ ਟਰੂਡੋ ਇਲੈਕਸ਼ਨ ਜਿੱਤੇ ਆ, ਉਦੋਂ ਉਹਨਾਂ ਬਾਰੇ ਕਿਹਾ ਜਾਂਦਾ ਸੀ, ਜੋ ਮੈਜੋਰਟੀ ਇਹ ਸੀ ਕਿ ਉਹ ਐਨਡੀਪੀ ਦਾ ਏਜੰਡਾ ਸਾਰਾ ਖਾ ਗਏ। ਉਸ ਵੇਲੇ ਲੀਡਰ ਥਾਮਸ ਮਲਕੀਅਰ ਉਹ ਥੋੜਾ ਜਿਹਾ ਰਾਈਟ ਵੱਲ ਹੋ ਰਿਹਾ ਸੀਗੇ ਜੀ, ਸਾਨੂੰ ਬਜਟ ਜਿਹੜਾ ਹੈਗਾ ਆ ਉਹ ਚ ਡੈਫਿਸਿਟ ਨਹੀਂ ਲਿਆਉਣੇ ਚਾਹੀਦੇ, ਪਰ ਟਰੂਡੋ ਇੱਕਦਮ ਹੀ ਕਾਮਰੇਡ ਬਣ ਗਏ ਕਿ ਅਸੀਂ ਡੈਫਿਸਿਟ ਵੀ ਵਧਾਵਾਂਗੇ, ਸਹੂਲਤਾਂ ਵੀ ਵੱਧ ਦੇਵਾਂਗੇ, ਸਰਕਾਰ ਬਣਾ ਗਏ। ਠੀਕ ਹੈ। ਸੋ ਟਰੂਡੋ ਉਹਨਾਂ ਬਾਰੇ ਇਹ ਗੱਲ ਪਹਿਲਾਂ ਹੀ ਮਸ਼ਹੂਰ ਹੈਗੀ ਆ ਕਿ ਉਹ ਭਾਵੇਂ ਲਿਬਰਲ ਪਾਰਟੀ ਦੇ ਪਰ ਐਨਡੀਪੀ ਵਾਂਗ ਸੋਚਦੇ ਆ। ਠੀਕ ਹੈ। ਠੀਕ ਹੈ ਨਾ ਜੀ। ਸੋ ਉਹ ਗੱਲ ਜਿਹੜੀ ਮਤਲਬ ਇਹ ਹੋਇਆ ਕਿ ਵੀ ਐਨਡੀਪੀ ਦੇ ਜਿਸ ਤਰ੍ਹਾਂ ਦੇ ਏਜੰਡੇ ਹੁੰਦੇ ਨੇ ਜੀ ਉਹ ਆਪਣਾ ਵੀ ਵਿੱਚ ਕੁਝ ਨਾ ਕੁਝ ਰੂਲ ਵਿੱਚ ਪਾ ਕੇ ਉਹਨਾਂ ਨੂੰ ਇਨ ਬਿਨ ਪੇਸ਼ ਕਰਦੇ ਆ। ਬਿਲਕੁਲ ਜੀ। ਸੋ ਉਹਨਾਂ ਦਾ ਇੱਕ ਟਰੈਕ ਰੈਕੋਰਡ ਹੈਗਾ ਆ। ਸੋ ਇਸ ਕਰਕੇ ਐਨਡੀਪੀ ਡੈਫੀਨਿਟਲੀ ਉਹਦੇ ਲਈ ਲੜਾਈ ਲੜੇਗੀ ਕਿ ਸਾਡੀ ਵੀ ਹੈਗੀ ਹੈ ਜੀ। ਪਰ ਮੈਂ ਹੁਣ ਤੁਹਾਨੂੰ ਸਵਾਲ ਪੁੱਛਦਾ, ਸਾਡੇ ਦਰਸ਼ਕਾਂ ਨੂੰ ਇਸ ਗੱਲ ਦਾ ਹੋਏਗਾ, ਜਦੋਂ ਸਰਬ ਵਿੱਚ ਪਹਿਲਾਂ ਵਾਧਾ ਹੋਇਆ ਹੈ, ਠੀਕ ਹੈ, ਉਦੋਂ ਵੀ ਐਨਡੀਪੀ ਕਹਿੰਦੀ ਸੀ ਅਸੀਂ ਕੀਤਾ ਹੈ, ਪਰ ਆਮ ਲੋਕਾਂ ਨੂੰ ਪੁੱਛ ਲਓ ਕਹਿੰਦੇ ਜੀ ਟਰੂਡੋ ਨੇ ਪੈਸੇ ਲਾਏ ਨੇ ਕੀਤੇ। ਬਿਲਕੁਲ ਠੀਕ ਹੈ, ਬਾਕੀ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ। ਕਿਉਂਕਿ ਟਰੂਡੋ ਸਾਹਿਬ ਦੀ ਇੱਕ ਸਟਰੈਂਥ ਹੈ, ਉਹਨਾਂ ਨੂੰ ਆਪਣਾ ਮੈਸੇਜ ਬੜਾ ਚੰਗੀ ਤਰ੍ਹਾਂ ਡਿਲੀਵਰ ਕਰਨਾ ਹੁੰਦਾ, ਸਟੇਜ ਦੇ ਮਾਰਿਆ। ਔਰ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜਾ ਬੰਦਾ ਹੋਕਾ ਵਧੀਆ ਲਾ ਗਿਆ ਜਾਂ ਆਪਣਾ ਸਮਾਨ ਵਧੀਆ ਤਰੀਕੇ ਨਾਲ ਵੇਚ ਗਿਆ, ਨਾਮ ਉਸੇ ਦਾ ਹੀ ਹੋਣਾ ਜੀ। ਪਿੱਛੇ ਕੰਪਨੀ ਕਿਹੜੀ ਖੜੀ ਹੈ ਉਹਦਾ ਕੋਈ। ਬਿਲਕੁਲ ਜੀ। ਹਾਲੇ ਜਗਮੀਤ ਵੀ ਬੜਾ ਅੱਛਾ ਹੈ, ਇਦਾਂ ਹੀ ਗੱਲ ਮੀਡੀਆ ਸੈਵੀ ਆ, ਉਹਨਾਂ ਨੂੰ ਵੀ ਆਪਣੀ ਗੱਲ ਕਰਨੀ ਆਉਂਦੀ ਆ, ਸੋਸ਼ਲ ਮੀਡੀਆ ਨੂੰ ਕਿਵੇਂ ਵਰਤਣਾ, ਟਿਕਟੌਕ ਤੇ ਕਦ ਵੀਡੀਓ ਪਾਉਣੀ, ਉਹ ਵੀ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਆ। ਪਰ ਟਰੂਡੋ ਵੀ ਮੰਗ ਰਿਹਾ
ਮਗਰ ਲਿਬਰਲ ਪਾਰਟੀ ਸਰਕਾਰ ਹੋਣ ਕਰਕੇ ਵੱਡੀ ਪਾਰਟੀ ਹੋਣ ਕਰਕੇ ਐਡਵਾਂਟੇਜ ਲੈ ਜਾਂਦੀ ਉਸ ਗੱਲ ਦਾ। ਠੀਕ ਹੈ। ਪਰ ਜਗਮੀਤ ਹੋਰਾਂ ਦੀ ਗੱਲ ਮੈਂ ਉਹਨਾਂ ਨੂੰ ਕ੍ਰੈਡਿਟ ਦਵਾਂਗਾ, ਬਹੁਤ ਲੋਕੀ ਸਮਝਦੇ ਸੀ ਜੋ ਲੀਡਰ ਬਣਿਆ ਕਿ ਪਾਰਟੀ ਬਿਲਕੁਲ ਹੀ ਖਤਮ ਹੋ ਜਾਏਗੀ, ਪਰ ਜੋ ਟ੍ਰੈਡੀਸ਼ਨਲ ਐਨਡੀਪੀ ਦੀ ਵੋਟ ਹੈ ਉਹਨਾਂ ਨੇ ਵੀ ਮੇਨਟੇਨ ਕੀਤੀ ਹੋਈ ਹੈ। ਸਹੀ ਕਹਿ ਰਹੇ। ਉਹ 17-18%, 19%, 19 ਕੋ ਵੋਟ ਹਮੇਸ਼ਾ ਕਿੰਨੇ ਵੀ ਪੋਲ ਹੈ ਉਹ ਆਪਣੇ ਨਾਲ ਸੰਭਾਲੀ ਰੱਖਦੇ ਆ। ਤੇ ਐਨਡੀਪੀ ਨੇ ਕਦੀ ਸਰਕਾਰ ਨਹੀਂ ਬਣਾਈ ਤੇ ਉਹਨਾਂ ਦਾ ਜਿਹੜਾ ਮੈਕਸਿਮਮ ਗਰੋਥ ਹੈ 22-23%, ਇਸ ਤੋਂ ਵੱਧ ਹੋ ਵੀ ਨਹੀਂ ਸਕਦਾ। ਹੋ ਨਹੀਂ ਸਕਦਾ। ਠੀਕ ਹੈ। ਸੋ ਉਹਨਾਂ ਦਾ ਜਿਹੜਾ ਹੈਗਾ ਉਹ ਆਪਣੀ ਵੋਟ ਬੈਂਕ ਮੇਨਟੇਨ ਕੀਤੀ ਹੋਈ ਹੈ। ਸੋ ਜਸਟਿਨ ਟਰੂਡੋ ਨੇ ਆਪਣੀ ਕਰ ਰਹੇ ਆ। ਪਰ ਵੱਡੀ ਗੱਲ ਹੈ ਕਿ ਕੋਈ ਵੀ ਪਾਰਟੀ ਕੀ ਇਸ ਵੇਲੇ ਇਲੈਕਸ਼ਨ ਕਰਵਾਉਣ ਦੀ ਸਥਿਤੀ 'ਚ ਹੈਗੀ। ਹਾਲਾਂਕਿ ਸਾਰੀਆਂ ਪਾਰਟੀਆਂ ਕਹਿਣਗੀਆਂ ਜੀ ਅਗਰ ਅੱਜ ਦੀ ਇਲੈਕਸ਼ਨ ਹੁੰਦੀ ਆ ਕੋਈ ਵੀ ਪਾਰਟੀ ਜਿਹੜੀ ਆ ਉਹ ਗੇਨ ਨਹੀਂ ਕਰੇਗੀ। ਜਸਟਿਨ ਟਰੂਡੋ ਜਿੱਥੇ ਹੈਗੇ ਆ ਉਹਨਾਂ ਨੂੰ ਮੈਜੋਰਟੀ ਲਈ 174 ਸੀਟਾਂ ਚਾਹੀਦੀਆਂ ਆ। 157 ਸੀਗੀਆਂ ਉਹਨਾਂ ਕੋਲ, ਚਲੋ ਹੁਣ 22 ਪੋਲ ਵੀ ਹੋਣੇ ਆ, 2 ਘਟ ਗਏ ਸੀ, ਪਰ 157 ਤੋਂ 174 ਤੱਕ ਪਹੁੰਚਣਾ ਹੱਲੇ ਵੀ ਉਹਨਾਂ ਲਈ ਚੁਣੌਤੀ ਆ। ਔਖਾ। 165 ਤੱਕ ਆ ਸਕਦੇ ਆ ਪਰ 174 ਤੱਕ ਪਹੁੰਚਦੇ ਮੈਨੂੰ ਮੁਸ਼ਕਿਲ ਲੱਗ ਰਿਹਾ ਹੈ। ਕੰਜ਼ਰਵੇਟਿਵ ਪਾਰਟੀ ਦੀ ਜਿੰਨੀਆਂ ਸੀਟਾਂ ਹੈਗੀਆਂ ਆ 120 ਦੇ ਕਰੀਬ, ਕੀ ਉਹ 150 ਤੱਕ ਪਹੁੰਚਦੀ ਹੈ ਉਹ ਵੀ ਨਜ਼ਰ ਨਹੀਂ ਆਉਂਦੀ। ਕਿਉਂ ਮੈਜੋਰਟੀ ਬਣਾਉਣਾ ਹੋਵੇ, ਕਿਉਂਕਿ ਹਲੇ ਤੱਕ ਉਹਨਾਂ ਦੇ ਅਰਬਨ ਏਰੀਆਜ਼ ਸ਼ਹਿਰੀ ਖੇਤਰਾਂ ਦੇ ਵਿੱਚ ਉਹਨਾਂ ਦਾ ਕੋਈ ਪ੍ਰਭਾਵ ਨਹੀਂ। ਠੀਕ ਹੈ। ਅਟਲਾਂਟਿਕ ਕੈਨੇਡਾ ਵਿੱਚ ਉਹਨਾਂ ਦੀ ਕੋਈ ਅਸਰ ਪਕੜ ਨਹੀਂ ਹੈਗੀ, ਜਿਹੜੇ ਈਸਟ ਵਿੱਚ ਪ੍ਰੋਵਿੰਸ ਹੈਗੇ ਆ ਕਿ ਬੈਕ ਵਿੱਚ ਉਹਨਾਂ ਦਾ ਕੋਈ ਗੇਮ ਪਲਾਨ ਨਹੀਂ ਲੱਗ ਰਿਹਾ। ਉਹ ਹਲੇ ਅਲਬਰਟਾ, ਸਸਕੈਚੁਅਨ, ਮੈਨੀਟੋਬਾ ਜਾਂ ਆਪਣਾ ਰੂਰਲ ਇੰਟੀਰੀਅਰ ਦੀ ਪਾਰਟੀ ਬਣ ਕੇ ਰਹੀ ਹੋਈ ਹੈ। ਐਨਡੀਪੀ ਲਈ ਬੜੀ ਵੱਡੀ ਚੁਣੌਤੀ ਹੈ ਜੀ। ਐਨਡੀਪੀ ਅਟਲਾਂਟਿਕ ਦੇ ਕੁਬੈਕ ਵਿੱਚ ਉਹਨਾਂ ਦਾ ਕੋਈ ਬੇਸ ਨਹੀਂ ਹੈਗਾ। ਅੰਟੇਰੀਓ ਦੇ ਵਿੱਚ ਡਬਲ ਡਿਜਿਟ 10 ਸੀਟਾਂ ਤੱਕ ਪਹੁੰਚਦੇ ਨਜ਼ਰ ਨਹੀਂ ਆ ਰਹੇ, ਨਾ ਪਿਛਲੀ ਵਾਰ ਸੀ ਨਾ ਹੁਣ ਆ ਰਹੇ ਆ ਇਹ ਅੱਜ ਦੀ ਸਥਿਤੀ ਦੇ ਵਿੱਚ ਜੀ। ਤੇ ਬੀਸੀ ਦੇ ਵਿੱਚ ਹੀ ਉਹਨਾਂ ਦਾ ਜ਼ਿਆਦਾ ਪ੍ਰਭਾਵ ਹੈ। ਬਿਲਕੁਲ। ਤੇ ਬੀਸੀ ਦੇ ਵਿੱਚ ਜਸਟਿਨ ਟਰੂਡੋ ਅਗਰੈਸਿਵਲੀ ਐਨਡੀਪੀ ਨੂੰ ਟਾਰਗੇਟ ਕਰ ਰਿਹਾ ਹੈ ਤੇ ਪੋਲਸ ਦੇ ਵਿੱਚ ਇਸ ਵੇਲੇ ਉੱਪਰ ਵੀ ਹੈ। ਠੀਕ ਹੈ। ਕਿਉਂਕਿ ਬੀਸੀ ਦੇ ਵਿੱਚ ਕਲਾਈਮੇਟ ਚੇਂਜ, ਗ੍ਰੀਨ એનર્ਜੀ ਕਹਿੰਦੇ ਉਹ ਬਹੁਤ ਵੱਡਾ ਫੈਕਟਰ ਹੈ ਜੀ। ਉੱਥੋਂ ਦੇ ਲੋਕ ਵਾਤਾਵਰਣ ਨੂੰ ਪਿਆਰ ਕਰਨ ਵਾਲੇ ਲੋਕ ਨੇ। ਸੋ ਜਿਹੜੀ ਥਰੋ ਸਪੀਚ ਵਿੱਚ ਜਸਟਿਨ ਟਰੂਡੋ ਨੇ ਗ੍ਰੀਨ એનર્ਜੀ ਦੀ ਵੀ ਗੱਲ ਕੀਤੀ ਹੈ। ਮਤਲਬ ਸਾਰੇ ਚੀਜ਼ਾਂ ਨੂੰ ਸਮੇਟ ਲਿਆ। ਕੁਝ ਚੀਜ਼ਾਂ ਨੇ ਉਹਨਾਂ ਨੂੰ ਇਹ ਮੁੱਦਾ ਬਣਾ ਕੇ ਜਿਹੜੀਆਂ ਜਿਨ੍ਹਾਂ ਦੀ ਤੁਸੀਂ ਵੀ ਕੰਜ਼ਰਵੇਟਿਵ ਦੀ ਗੱਲ ਕਰਦੇ ਆ ਜਾਂ ਐਨਡੀਪੀ ਦੀ ਗੱਲ ਕਰਦੇ ਆ, ਹੋ ਸਕਦਾ ਇਹਨਾਂ ਨੂੰ ਘੇਰਨ, ਪਰ ਉਹਦੇ ਬਾਰੇ ਵੀ ਆਪਾਂ ਬ੍ਰੇਕ ਤੋਂ ਬਾਅਦ ਚਰਚਾ ਕਰਦੇ ਹਾਂ। ਛੋਟੀ ਜਿਹੀ ਬ੍ਰੇਕ ਲੈ ਲਈ ਆਪਾਂ। ਸੋ ਇੱਕ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ ਦਰਸ਼ਕੋ। ਔਰ ਅਗਰ ਕਿਸੇ ਕਿਸਮ ਦਾ ਸਵਾਲ ਜਾਂ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਔਰ ਕੈਨੇਡਾ ਦੀ ਸਿਆਸਤ ਦੇ ਬਾਰੇ ਤਾਂ 647 497 9904 ਦੇ ਉੱਪਰ ਤੁਸੀਂ ਕਾਲ ਕਰਨੀ ਹੈ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਵਰਗੀ ਜ਼ਿੰਦਗੀ, ਕਦੇ ਰੋਵਾਂ ਕਦੇ ਹੱਸਾਂ, ਕੁਝ ਐਦਾਂ ਦੀਆਂ ਨੇ ਸਾਡੇ ਕੈਨੇਡਾ ਦੀਆਂ ਸੱਥਾਂ। ਗੱਲ ਕਰਾਂਗੇ ਘਰ ਦੀ ਯਾਦ ਦਿਵਾਉਣ ਵਾਲੀ ਤੜਕੇ ਦੀ ਖੁਸ਼ਬੂ ਦੀ ਤੇ ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਰੂਬਰੂ ਕਰਵਾਉਂਦੀ ਸਟੂਡੈਂਟ ਲਾਈਫ ਦੀ। ਰਸਤਿਆਂ ਦੇ ਮੁਸਾਫਿਰ ਟਰੱਕ ਡਰਾਈਵਰਾਂ ਦੀ ਤੇ ਦਿਲ ਨੂੰ ਬਹਿਲਾਉਣ ਵਾਲੀਆਂ ਬੀਬੀਆਂ ਦੀਆਂ ਨਿਵੇਕਲੀਆਂ ਗੱਲਾਂ ਦੀ। ਪ੍ਰੋਗਰਾਮ ਵਿਜ਼ਨ ਔਨ ਲੋਕੇਸ਼ਨ 'ਚ ਗੱਲ ਕਰਾਂਗੇ ਤੁਹਾਡੇ ਨਾਲ, ਤੁਹਾਡੇ ਬਾਰੇ ਔਰ ਤੁਹਾਡੇ ਹੀ ਦਰਬਾਰ 'ਚ। ਚਾਹੇ 7 ਸਮੁੰਦਰ ਪਾਰ ਦੀ ਹੋਵੇ ਖਬਰ, ਚਾਹੇ ਕਿਸੇ ਵੀ ਸਰਕਾਰ ਦੀ ਹੋਵੇ ਖਬਰ, ਹਰ ਸ਼ਹਿ ਤੱਕ ਜਾਂਦੇ ਹਾਂ, ਹਰ ਖਬਰ ਦੀ ਤਹਿ ਤੱਕ ਜਾਂਦੇ ਹਾਂ। ਪੰਜਾਬ ਦੀ ਟੀਸ, ਪੰਜਾਬ ਦਾ ਦਰਦ ਵੀ ਖੋਲ ਸੁਣਾਉਂਦੇ ਹਾਂ। ਹਰ ਖਬਰ ਦੀ ਲੈਂਦੇ ਹਾਂ ਖਬਰ। ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਮੇਰੇ ਨਾਲ ਜਾਣੀ ਕਿ ਦੀਪਕ ਸ਼ਰਮਾ ਚਨਾਰਥਲ ਨਾਲ ਸ਼ਾਮੀ 8:30 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੇਖਣਾ ਨਾ ਭੁੱਲਣਾ ਖਬਰਾਂ ਦੀ ਖਬਰ। मैं क्या आओ जी, मैं क्या बैठो जी, मैं क्या जी दो साडा साथ। आजो 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 बैठो टीवी दे पास। हसीए हसाइए जीतो नाल ते बल दे नाल असली खड़ावांगे
ਇੰਡੀਅਨ ਕੁਜ਼ੀਨ ਦਾ ਸਵਾਦ ਹੁਣ ਕੈਨੇਡਾ 'ਚ? ਜੀ ਹਾਂ, ਇੰਡੀਅਨ ਕੁਜ਼ੀਨ ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। ਉਹ ਵੀ ਕਿਸੇ ਇੱਕ ਜਗ੍ਹਾ ਨਹੀਂ ਬਲਕਿ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਸਰਵਸ ਯੂ ਔਨ 3 ਲੋਕੇਸ਼ਨਸ। For memorable food and exceptional value, you can contact us at. You can also mail us at ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਦਾ ਨਾਮ ਹੈ ਵਿਜ਼ਨ ਪ੍ਰਾਈਮ ਟਾਈਮ ਸ਼ੋਅ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ ਔਰ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਹੈ ਜ਼ਰੂਰ ਨੋਟ ਕਰੋ, 7 ਤੋਂ 8 ਸਮਾਂ ਹੁੰਦਾ ਪ੍ਰੋਗਰਾਮ ਦਾ, ਜ਼ਰੂਰ ਦੇਖਿਆ ਕਰੋ ਔਰ ਫੀਡਬੈਕ ਆਪਣੀ ਵੀ ਦਿਆ ਕਰੋ। ਕੁਝ ਤਕਨੀਕੀ ਖਰਾਬੀ ਕਰਕੇ ਜਿਹੜਾ ਸਾਡਾ ਪਹਿਲਾ ਵਾਲਾ ਨੰਬਰ ਹੈ 905 790 9099 ਉਹ 1-2 ਦਿਨ ਤੱਕ ਚੱਲ ਜਾਏਗਾ। ਉਨੀ ਦੇਰ ਤੱਕ ਸਾਡਾ ਜਿਹੜਾ ਦੂਸਰਾ ਨੰਬਰ ਹੈ ਉਹ ਵੀ ਨੋਟ ਕਰ ਲਓ 647 497 9904। ਇਹੀ ਨੰਬਰ ਸਕਰੀਨ ਦੇ ਉੱਪਰ ਵੀ ਫਲੈਸ਼ ਹੋ ਰਿਹਾ, ਤੁਸੀਂ ਦੇਖ ਸਕਦੇ ਹੋ ਔਰ ਕਾਲ ਵੀ ਕਰ ਸਕਦੇ ਹੋ। ਔਰ ਅੱਜ ਜੋ ਅਸੀਂ ਵਿਸ਼ਾ ਤੁਹਾਡੀ ਨਜ਼ਰ ਕਰ ਰਹੇ ਹਾਂ ਜਿਸ ਉੱਪਰ ਵਿਚਾਰ ਚਰਚਾ ਹੋ ਰਹੀ ਹੈ, ਬ੍ਰੇਕ ਤੋਂ ਪਹਿਲਾਂ ਅਸੀਂ ਲਿਬਰਲ ਸਰਕਾਰ ਦੀਆਂ ਜੋ ਨੀਤੀਆਂ ਨੇ, ਲੋਕ ਲਭਾਊ ਨੀਤੀਆਂ, ਲੋਕਾਂ ਨੂੰ ਪਰਚਾਉਣ ਵਾਲੀਆਂ ਨੀਤੀਆਂ ਜਾਂ ਇਹ ਕਹਿ ਲਓ ਕਿ ਲੋਕਾਂ ਦੀ ਮਦਦ ਕਰਨ ਵਾਲੀਆਂ ਨੀਤੀਆਂ ਦੇ ਉੱਪਰ ਚਰਚਾ ਕੀਤੀ ਹੈ ਔਰ ਕਿਸ ਤਰ੍ਹਾਂ ਦਾ NDP ਜਾਂ PC ਕੰਜ਼ਰਵੇਟਿਵ ਪਾਰਟੀ ਜਾਂ ਹੋਰ ਇਸ ਤਰ੍ਹਾਂ ਦੀਆਂ ਪਾਰਟੀਆਂ ਉੱਪਰ ਕਿਸ ਤਰ੍ਹਾਂ ਦਾ ਅਸਰ ਰਿਹਾ ਥਰੋਨ ਸਪੀਚ ਦਾ, ਉਹਦੇ ਬਾਰੇ ਚਰਚਾ ਹੋਈ ਹੈ। ਹੁਣ ਇਸ ਤੋਂ ਬਾਅਦ ਅਸੀਂ ਹੋਰ ਜਿਹੜੀ ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਉਥਲ-ਪੁਥਲ ਨਜ਼ਰ ਆਏਗੀ ਜਾਂ ਕਿਸ ਤਰ੍ਹਾਂ ਦਾ ਗ੍ਰਾਫ ਨਜ਼ਰ ਆਏਗਾ ਉਹਦੇ ਬਾਰੇ ਚਰਚਾ ਕਰਾਂਗੇ। ਫਿਰ ਵੀ ਤੁਸੀਂ ਕਾਲ ਕਰਨੀ ਚਾਹੁੰਦੇ ਆ ਤਾਂ ਕੋਈ ਸੁਝਾਅ ਜਾਂ ਸਵਾਲ ਕਰਨਾ ਚਾਹੁੰਦੇ ਆ 647 497 9904 ਦੇ ਉੱਪਰ ਤੁਸੀਂ ਕਾਲ ਕਰਨੀ ਔਰ ਇਹ ਨੰਬਰ ਸਕਰੀਨ ਉੱਪਰ ਵੀ ਫਲੈਸ਼ ਹੋ ਰਿਹਾ। ਔਰ ਫਿਰ ਤੋਂ ਸਵਾਗਤ ਕਰਦੇ ਹਾਂ ਬੋਬੀ ਸਿੱਧੂ ਜੀ ਦਾ, ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਸ਼ੁਕਰੀਆ ਜੀ। ਸੋ ਸਿੱਧੂ ਸਾਹਿਬ, NDP ਦੀ ਜੇ ਗੱਲ ਕਰੀਏ, ਤੁਸੀਂ ਕਿਹਾ ਵੀ ਜਿਹੜੇ ਉਹਨਾਂ ਦੇ ਮੁੱਦੇ ਹੁੰਦੇ ਨੇ ਜਾਂ ਸਟ੍ਰੈਟਜੀ ਬਣਾਈ ਹੋਈ ਹੈ ਟਰੂਡੋ ਸਾਹਿਬ ਨੇ ਕਿ NDP ਦੇ ਜਿਹੜੇ ਏਜੰਡੇ ਨੇ, ਹਾਲਾਂਕਿ NDP ਦੇ ਏਜੰਡੇ ਆਪਣੇ ਨੇ ਪਰ ਟਰੂਡੋ ਹੋਣੀ ਜਾਂ ਟਰੂਡੋ ਸਰਕਾਰ ਦੀ ਜੇ ਗੱਲ ਕਰੀਏ ਉਹ NDP ਦੇ ਏਜੰਡਿਆਂ ਨੂੰ ਆਪਣੇ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਆ ਜੀ, ਇਹ ਮੰਨਦੇ ਆ ਜੀ ਜੀ। ਪਰ ਕੀ ਤੁਹਾਨੂੰ ਲੱਗਦਾ ਹੈ ਕਿ NDP ਫਿਰ ਵੀ ਇਹਨਾਂ ਦੀ ਸਪੋਰਟ ਕਰੇਗੀ? ਉਹ ਰਮਨ ਜੀ ਇਸ ਵੇਲੇ ਮਜਬੂਰੀ ਹੈਗੀ ਆ। ਮੈਨੂੰ ਲੱਗਦਾ ਕਿ ਜਿਸ ਤਰ੍ਹਾਂ COVID-19 ਦੇ ਨੰਬਰ ਅੰਟੇਰੀਓ ਤੇ ਕਿਊਬੈਕ 'ਚ ਵੱਧ ਰਹੇ ਆ, ਕੋਈ ਵੀ ਪਾਰਟੀ ਅਗਰ ਇਲੈਕਸ਼ਨ ਟ੍ਰਿਗਰ ਕਰੇਗੀ ਜੀ ਉਹਨੂੰ ਨੁਕਸਾਨ ਹੋਏਗਾ। ਠੀਕ ਹੈ, ਕੋਈ ਲੋਕ ਇਲੈਕਸ਼ਨ ਨਹੀਂ ਚਾਹੁੰਦੇ। ਹਾਲਾਂਕਿ ਸੂਬੇ ਦੀ ਇਲੈਕਸ਼ਨ ਚਾਹੇ BC 'ਚ ਹੋਣ ਜਾ ਰਹੀਆਂ ਆ, ਨਿਊ ਬ੍ਰਾਂਸਵਿਕ 'ਚ ਹੋਈਆਂ ਆ ਤੇ ਮੌਜੂਦਾ ਸਰਕਾਰਾਂ ਨੂੰ ਫਾਇਦਾ ਵੀ ਹੁੰਦਾ ਨਜ਼ਰ ਆ ਰਿਹਾ ਹੈ ਜੀ। ਅਗਰ ਅੱਜ ਕੋਈ ਸਰਕਾਰ ਦੇਖਦਾ ਹੈ ਤਾਂ ਬਹੁਤ ਜ਼ਿਆਦਾ ਫਾਇਦਾ ਟਰੂਡੋ ਨੂੰ ਹੋਏਗਾ। ਮੈਜੋਰਿਟੀ ਪਹੁੰਚਦੇ ਕਿ ਨਹੀਂ ਉਹ ਹਲੇ ਵੀ ਮੈਨੂੰ ਡਾਊਟ ਹੈਗਾ ਆ, ਪਰ ਸੀਟਾਂ 'ਚ ਵਾਧਾ ਜ਼ਰੂਰ ਹੋ ਸਕਦਾ ਆ। ਠੀਕ, NDP ਨੂੰ ਤਾਂ ਨੁਕਸਾਨ ਹੋ ਸਕਦਾ ਆ। ਉਹ ਕਿਵੇਂ? ਮੈਂ ਜਿਵੇਂ ਕਿਹਾ ਕਿ ਪਹਿਲੀ ਤਾਂ ਗੱਲ ਆ ਕਿ ਅਟਲਾਂਟਿਕ ਕੈਨੇਡਾ ਜਿਹੜਾ ਈਸਟ ਹੈਗਾ ਆ ਉੱਥੇ ਉਹਨਾਂ ਦਾ ਕੋਈ ਆਧਾਰ ਨਹੀਂ ਹੈਗਾ। ਕਿਊਬੈਕ ਦੇ ਵਿੱਚ ਜੇ ਕਲੇਟਨ ਦੀ ਇੱਕ ਵਾਰ ਵੇਵ ਆਈ ਸੀ, ਸੀਟਾਂ ਬਹੁਤ ਜਿੱਤ ਗਏ ਸੀਗੇ, ਉਸ ਤੋਂ ਪਹਿਲਾਂ ਕੋਈ ਸੀਟ ਨਹੀਂ ਸੀ ਹੁੰਦੀ। ਫਿਰ ਮਲਕੀਅਰ ਪਿਛਲੀ ਵਾਰੀ ਕਹਿੰਦੇ ਹੁੰਦੇ ਉਸ ਤੋਂ ਮਤਲਬ ਕਿ 2015 ਥੋੜੀਆਂ ਸੀਟਾਂ ਮੇਨਟੇਨ ਰੱਖੀਆਂ ਪਰ ਪਿਛਲੀ ਇਲੈਕਸ਼ਨ 'ਚ ਸਿਰਫ ਉਹ ਸੀਟਾਂ ਦਾ ਕੰਮ ਲਗਭਗ ਇੱਕ ਅੱਧੀ ਸੀਟ ਤੇ ਹੀ ਰਹਿ ਗਿਆ ਤੇ ਕਿਊਬੈਕ ਦੇ ਵਿੱਚ ਉਹਨਾਂ ਨੂੰ ਗੇਨ ਨਜ਼ਰ ਨਹੀਂ ਹੁੰਦਾ ਆ ਰਿਹਾ। ਉਹੀ ਪੋਲ ਨੇ 14% ਦੀ ਇੱਕ ਅੱਧੀ ਸੀਟ ਜਾ ਸਕਦੀ ਹੈ। ਅਲਬਰਟਾ ਦੇ ਵਿੱਚ ਪ੍ਰੋਵਿੰਸ਼ਲੀ ਚਾਹੇ ਜਿੰਨੇ ਮਰਜ਼ੀ NDP ਦੇ ਨੰਬਰ ਇੰਪਰੂਵ ਹੁੰਦੇ ਹੋਣ ਪਰ ਫੈਡਰਲ ਲੈਵਲ ਤੇ ਅਸਲ ਸੀਟ ਕੋਈ ਜਿੱਦੇ ਨਜ਼ਰ ਨਹੀਂ ਆ ਰਹੇ। ਇੱਕ ਸੀਟ ਹੈ ਉਹਨਾਂ ਦੀ, ਸ਼ਾਇਦ ਉਹ ਇੱਕ ਦੀ ਇੱਕ ਹੀ ਰਹੇ ਉਹਨਾਂ ਕੋਲ। ਅੱਛਾ, ਸਸਕੈਚੁਅਨ ਮੈਨੀਟੋਬਾ ਦੇ ਵਿੱਚ ਵੀ ਕੋਈ ਏਡੀ ਗੱਲ ਨਹੀਂ ਹੈਗੀ, ਇੱਕ ਅੱਧੀ ਸੀਟ ਹੀ ਸਕਦੀ, ਇਹ ਤੋਂ ਵੱਧ ਨਜ਼ਰ ਨਹੀਂ ਆਉਂਦੀ। ਪਰ ਟੋਟਲ ਪਾ ਕੇ ਇਹਨਾਂ ਸਾਰੇ ਪ੍ਰਾਂਤਾਂ ਵਿੱਚ ਜੀ ਮੈਂ ਇੰਟਰਵਿਊ BC ਲੈ ਗਿਆ, ਟੋਟਲ ਗਿਣਤੀ ਮਸਾ 5 ਤੱਕ ਵੀ ਨਹੀਂ ਪਹੁੰਚਦੀ। ਅੱਛਾ, ਜੇ ਜਿੱਤਣਾ ਹੋਵੇ। ਫਿਰ ਗੱਲ ਕਰਦੇ ਆ ਅੰਟੇਰੀਓ ਦੀ। ਅੰਟੇਰੀਓ ਦੇ ਵਿੱਚ ਵੀ ਬਹੁਤ ਲੰਬੇ ਅਰਸੇ ਤੋਂ ਫੈਡਰਲੀ NDP ਡਬਲ ਡਿਜਿਟ ਯਾਨੀ ਕਿ 10 ਤੱਕ ਨਹੀਂ ਪਹੁੰਚੀ। ਜਿਹੜੇ ਉਹਦੇ ਸਟਰੋਂਗ ਹੋਲਡ ਵੀ ਨੇ, ਹੈਮਿਲਟਨ ਹੋਇਆ, ਵਿੰਡਜ਼ਰ ਹੋ ਗਿਆ, ਉਹ ਸੂਬੇ ਦੇ ਤਾਂ ਸਾਰੀਆਂ ਸੀਟਾਂ ਜਿੱਤ ਜਾਂਦੇ ਉੱਥੇ ਦੀਆਂ, ਪਰ ਫੈਡਰਲੀ ਸਾਰੀਆਂ ਨਹੀਂ ਜਿੱਤਦੇ। ਜੇ ਹੈਮਿਲਟਨ ਸੈਂਟਰ ਜਿੱਤੀ ਹੈ ਪਰ ਨਾਲ ਦੀਆਂ ਸੀਟਾਂ ਲਿਬਰਲ ਜਿੱਤ ਗਏ। ਠੀਕ ਹੈ, ਸੋ ਉੱਥੇ ਮਿਕਸ ਜਿਹਾ ਕੰਮ ਰਹਿੰਦਾ ਆ। ਸੋ ਉਹਨਾਂ ਦਾ ਐਡਾ ਬੇਸ ਨਹੀਂ ਰਿਹਾ। ਟੋਰਾਂਟੋ ਦੇ ਵਿੱਚ ਡਾਊਨਟਾਊਨ ਦੀਆਂ ਸੀਟਾਂ
ਉਹ 11 ਵਿੱਚ ਜਿੱਤ ਗਿਆ ਸੀ, ਪਰ ਉਦੋਂ ਬਾਅਦ ਹੁਣ ਟਰੂਡੋ ਸਾਹਿਬ ਦੀ ਵੀਡੀਓ ਜਿੱਤਦੇ ਨਜ਼ਰ ਉਹ ਜਿੱਤੀ ਜਾਂਦੇ ਆ। ਸੋ ਅੰਟੇਰੀਓ ਵਿੱਚ ਇਸ ਵੇਲੇ ਉਹਨਾਂ ਦਾ ਕੋਈ ਜ਼ਿਆਦਾ ਸੀਟਾਂ ਗੇਨ ਕਰਦੇ ਨਜ਼ਰ ਨਹੀਂ ਆ ਰਹੇ, ਜਿੱਥੇ ਹੈਗੇ ਉੱਥੇ ਹੀ ਆ। ਅਨਲੈਸ ਜਗਮੀਤ ਹੁਣੀ ਜਿਹੜਾ ਐਥਨਿਕ ਏਰੀਆ ਹੈਗਾ ਜਿਵੇਂ ਬਰੈਂਪਟਨ ਹੈ, ਇਹਨਾਂ ਜਾ ਕੇ ਕੰਮ ਕਰਨ, ਇੱਕ ਨਵੀਂ ਮੋਮੈਂਟਮ ਬਣਾਉਣ, ਕੁਝ ਹੋ ਸਕਦਾ ਹੈ, ਪਰ ਇਸ ਵੇਲੇ ਉਹ ਨਜ਼ਰ ਨਹੀਂ ਆ ਰਿਹਾ। ਇਸ ਵੇਲੇ ਲਿਬਰਲਸ ਦਾ ਹੱਥ ਅੰਟੇਰੀਓ ਵਿੱਚ ਉੱਪਰ ਹੈਗਾ ਆ। ਲੋਕਾਂ ਦੀ ਜੇ ਗੱਲ ਕਰੀਏ, ਲੋਕਾਂ ਦੀ ਆਪਾਂ ਆਮ ਲੋਕਾਂ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚੋਂ ਆਪਾਂ ਜਿਹੜੇ 2 ਸਾਲ 4 ਸਾਲ 5 ਸਾਲ ਪਹਿਲਾਂ ਜਿਹੜੇ ਐਜ਼ ਏ ਇਮੀਗ੍ਰੇਸ਼ਨ ਦੇ ਤੌਰ ਤੇ ਇਮੀਗ੍ਰੈਂਟਸ ਇੱਥੇ ਆਏ ਆ, ਜਾਂ ਹੋਰ ਆਮ ਲੋਕਾਂ ਦੀ ਜੇ ਗੱਲ ਕਰੀਏ, ਲਿਬਰਲ ਦੀ ਜਿਹੜੀ ਪਪੂਲੈਰਿਟੀ ਆ ਉਹਨਾਂ ਦੀ ਨਜ਼ਰ ਦੇ ਵਿੱਚ ਪੂਰੀ ਉੱਪਰ ਆ। ਔਰ 100% ਜਿਹੜੀ ਲਿਬਰਲ ਨੂੰ, ਮੈਂ ਲਿਬਰਲ ਨੂੰ ਵੀ ਪਾਸੇ ਰੱਖਾਂ, ਟਰੂਡੋ ਦੀ ਗੱਲ ਕਰਦੇ ਜਾਂ ਟਰੂਡੋ ਉਹਨਾਂ ਨੂੰ, ਟਰੂਡੋ ਸਾਹਿਬ ਨੂੰ ਦੇਣਾ ਚਾਹੁੰਦੇ ਆ ਕਿ ਵੀ ਇਹ ਸਾਡੇ ਲਈ ਇੱਕ ਰੱਬ ਦੇ ਵਾਂਗੂ ਆ, ਵੀ ਸਾਨੂੰ ਸਾਡੀ ਹੈਲਪ ਕੀਤੀ ਹੈ। ਜੀ। ਔਰ ਜੇ ਰਾਜਨੀਤੀ ਦੀ ਗੱਲ ਕਰੀਏ ਤਾਂ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ, ਚਾਹੇ ਐਨਡੀਪੀ ਹੈ, ਚਾਹੇ ਪੀਸੀ ਹੈ, ਚਾਹੇ ਕੰਜ਼ਰਵੇਟਿਵ ਹੈ, ਉਹਨਾਂ ਦੀ ਜੇ ਗੱਲ ਕਰਦੇ ਆ ਤਾਂ ਉਹਨਾਂ ਦੀ ਨਜ਼ਰ ਦੇ ਵਿੱਚ ਟਰੂਡੋ ਹੋਣੀ ਜੋ ਵੀ ਕਰ ਰਹੇ ਆ, ਕਿਤੇ ਨਾ ਕਿਤੇ ਇਹਦਾ ਅਸਰ ਅੱਗੇ ਜਾ ਕੇ ਇਕਨੋਮੀ ਨੂੰ ਹੋ ਸਕਦਾ। ਜਿਹੜੇ ਇਹ ਵੀ ਐਨਾਲਿਸਿਸ ਜਿਹੜੇ ਸਾਹਮਣੇ ਆਏ ਆ ਕਿ ਵੀ ਹੋ ਸਕਦਾ ਰਿਸੈਸ਼ਨ ਦਾ ਦੌਰ ਵੀ ਆਵੇ। ਜੀ। ਸੋ ਆਮ ਲੋਕਾਂ ਦੀ ਗੱਲ ਨੂੰ ਦੇਖਿਆ ਜਾਵੇ ਜਾਂ ਰਾਜਨੀਤੀ ਨੂੰ ਦੇਖਿਆ ਜਾਵੇ, ਤੁਹਾਡਾ ਨਜ਼ਰੀਆ ਕੀ ਹੈ? ਰਮਨ ਜੀ, ਰਿਸੈਸ਼ਨ ਤਾਂ ਮੈਨੂੰ ਲੱਗਦਾ ਲਗਭਗ ਆਇਆ ਹੀ ਹੋਇਆ ਹੈ, ਜੋ ਸਰਕਾਰ ਨੇ ਰੋਕਿਆ ਹੋਇਆ ਹੈ। ਅੱਛਾ, ਇਹਦਾ ਮੈਂ ਕ੍ਰੈਡਿਟ ਦਊਂਗਾ। ਦੇਖੋ, ਜਦੋਂ ਇੱਥੇ 90 ਦੇ ਦਹਾਕੇ ਦੇ ਵਿੱਚ ਸ਼ੁਰੂ ਹੋਇਆ, ਕੈਨੇਡਾ ਵਿੱਚ ਬਹੁਤ ਕਰਜ਼ਾ ਸੀ, ਡੈਫਿਸਿਟ ਵੀ ਬਹੁਤ ਸੀਗਾ ਜੀ। ਕੋਈ 80 ਦੇ ਵਿੱਚ 64-65% GDP ਦਾ ਜੀ ਰੇਸ਼ੋ ਸੀ, ਉਹਨਾਂ ਕਰਜ਼ਾ ਸੀਗਾ। ਅੱਛਾ, ਉਹ 90 ਦੇ ਦਹਾਕੇ ਦੇ ਵਿੱਚ ਲਿਬਰਲ ਸਰਕਾਰ ਆਈ ਸੀ, ਜੌਨ ਕ੍ਰੈਚੀਅਨ ਦੀ। ਪੌਲ ਮਾਰਟਿਨ ਉਹਨਾਂ ਦੇ ਵਿੱਤ ਮੰਤਰੀ ਸੀ ਜੀ। ਉਦੋਂ ਉਹਨਾਂ ਨੇ ਡੈਫਿਸਿਟ ਦੇ ਖਿਲਾਫ ਲੜਾਈ ਲੜੀ ਤੇ ਕੈਨੇਡਾ ਦਾ ਜਿਹੜੇ ਬਜਟ ਸੀ ਬੈਲੈਂਸ ਕੀਤੇ। ਠੀਕ ਹੈ। ਉਹ ਸਰਕਾਰ ਦੀ ਨੀਤੀ ਰਹੀ। ਫਿਰ ਕੰਜ਼ਰਵੇਟਿਵ ਦੇ ਸਟੀਵਨ ਹਾਰਪਰ ਆਏ, ਉਹਨਾਂ ਨੇ ਵੀ ਉਹੀ ਨੀਤੀ ਅਪਣਾਈ ਕਿ ਡੈਫਿਸਿਟ ਵਧਣ ਨਹੀਂ ਦੇਣਾ। ਫਿਰ ਟਰੂਡੋ ਸਾਹਿਬ ਆਉਂਦੇ 15 ਵਿੱਚ, ਇਹਨਾਂ ਨੇ ਕਿਹਾ ਡੈਫਿਸਿਟ 20 ਬਿਲੀਅਨ ਤੇ ਲੈ ਗਏ, ਪਰ ਇਹਨਾਂ ਨੂੰ ਵਿਰਸੇ ਵਿੱਚ ਬਹੁਤ ਇੱਕ ਸਟਰੋਂਗ ਇਕਨੋਮੀ, ਬੜਾ ਆਰਥਿਕ ਪੱਖੋਂ ਇੱਕ ਵਧੀਆ ਸਿਸਟਮ ਉਪਲਬਧ ਹੋਇਆ ਸੀ। ਮਤਲਬ ਇਹ ਕਹਿ ਲਓ ਵੀ ਜ਼ਮੀਨ ਪੱਧਰੀ ਮਿਲੀ ਸੀ। ਹਾਂਜੀ। ਸੋ ਹੁਣ ਜਦੋਂ ਕੋਵਿਡ ਦੀ ਸਿਚੁਏਸ਼ਨ ਹੋਈ ਆ ਜੀ, ਕੈਨੇਡਾ ਬਾਕੀ ਮੁਲਕਾਂ ਨਾਲੋਂ ਕੁਝ ਅੱਛੀ ਪੋਜੀਸ਼ਨ 'ਚ ਤਾਂ ਨਜ਼ਰ ਆਇਆ, ਹਾਲਾਂਕਿ ਅਸੀਂ ਵੀ ਪੈਸਾ ਬੜਾ ਖਰਚਿਆ ਹੈ, ਕਿਉਂਕਿ ਪਹਿਲਾਂ ਡੈਫਿਸਿਟ ਘੱਟ ਹੋਣ ਕਰਕੇ ਜੀ, ਉਹਦੇ ਕਰਕੇ ਜਦੋਂ ਵਧਿਆ ਵੀ ਆ, ਹੁਣ ਵੀ ਅਸੀਂ ਮਤਲਬ 50% ਦੀ GDP ਸਾਡੀ ਜਿਹੜੀ ਆ ਉਸ ਦੇ ਸਾਡਾ ਡੈਫਿਸਿਟ ਕਰਜ਼ਾ ਪਹੁੰਚਾ ਹੈ। ਡੈਟ ਟੂ GDP ਰੇਸ਼ੋ ਜਿਹੜੀ ਹੈਗੀ ਆ, ਜਿਹੜਾ ਕਿ ਸਾਡੇ ਗਵਾਂਢੀ ਮੁਲਕ ਅਮਰੀਕਾ ਦੇ ਵਿੱਚ ਆ, ਉਹ ਬਹੁਤ ਜ਼ਿਆਦਾ ਵੱਧ ਚੁੱਕਾ ਆ। ਬਰਤਾਨੀਆ ਦੇ ਵਿੱਚ ਆਲਮੋਸਟ 90% ਹੋ ਚੁੱਕਾ ਆ। ਭਾਰਤ ਦੇ ਵਿੱਚ ਬਹੁਤ ਹੋ ਚੁੱਕਾ ਹੈ, ਬਹੁਤ, ਕਿਉਂਕਿ ਸਾਡਾ 50% ਹੋਇਆ ਆ। ਸੋ ਜਿਹੜਾ ਜਸਟਿਨ ਟਰੂਡੋ ਹੁਣ ਕਹਿ ਰਿਹਾ ਕਿ ਮੈਂ ਅਗਲੀ ਮਤਲਬ ਸਮਰ ਤੱਕ ਜੀ ਵੇਜ ਸਬਸਿਡੀ ਪ੍ਰੋਗਰਾਮ ਨੂੰ ਲਾਗੂ ਰੱਖਾਂਗਾ, ਜੇ ਥਰੋ ਸਪੀਚ ਨਾਲ ਲਿਆਂਦਾ ਹੈ, ਜਿਹੜਾ ਕਿ ਸਭ ਤੋਂ ਵੱਡਾ ਬੈਨੀਫਿਟ ਵੀ ਹੈ। ਬਿਜ਼ਨਸ ਬਚੇ ਵੀ ਹੋਏ ਆ, ਲੋਕਾਂ ਨੂੰ ਅਨਇੰਪਲੋਇਮੈਂਟ ਵੀ ਨਹੀਂ ਹੋਈ ਵੇਜ ਸਬਸਿਡੀ ਕਰਕੇ। ਠੀਕ ਹੈ। ਬਹੁਤ ਬਿਜ਼ਨਸਿਸ ਹੈਗੇ, ਉਹਨਾਂ ਨੂੰ ਪੈਸੇ ਮਿਲ ਰਹੇ ਆ, ਲੋਕ ਕੰਮ ਤੇ ਆ ਰਹੇ, ਸਰਕਾਰ ਮਦਦ ਕਰ ਰਹੀ ਹੈ। ਬਿਲਕੁਲ ਠੀਕ। ਉਹਨਾਂ ਨੇ ਅਗਲੀ ਸਮਰ ਤੱਕ ਐਕਸਟੈਂਡ ਕਰਤਾ ਹੈ ਜੀ। ਮੈਂ ਤਾਂ ਉਹਨਾਂ ਦੀ ਜਿਹੜੀ ਰਣਨੀਤੀ ਇਹੀ ਆ, ਸਰਕਾਰ ਆਸ ਕਰਦੀ ਹੈ ਕਿ ਅਗਲੀ ਸਮਰ ਤੱਕ ਸਿਚੁਏਸ਼ਨ ਕੁਝ ਵਧੀਆ ਹੋ ਸਕਦੀ ਹੈ। ਬਿਲਕੁਲ ਠੀਕ। ਹੋ ਸਕਦਾ ਵੈਕਸੀਨ ਹੀ ਆ ਜਾਵੇ, ਹੋ ਸਕਦਾ ਹੈ ਇਸ ਵਾਇਰਸ ਦਾ ਸਟ੍ਰੇਨ ਕਮਜ਼ੋਰ ਹੋ ਜਾਵੇ ਜੀ, ਜਾਂ ਲੋਕ ਅਡੈਪਟ ਕਰਨ, ਹਰਡ ਇਮਿਊਨਿਟੀ ਬਣ ਜਾਵੇ, ਕੁਝ ਵੀ ਹੋ ਜਾਵੇ, ਅਗਲੀ ਸਮਰ ਤੱਕ ਸਾਰੇ ਸੰਭਾਵਨਾ ਕਰਦੇ ਆ ਸਿਚੁਏਸ਼ਨ ਬੈਟਰ ਹੋ ਸਕਦੀ ਹੈ। ਮਤਲਬ ਇਹਦੀ ਆਸ ਰੱਖੀ ਜਾ ਰਹੀ ਆਸ, ਹਾਂਜੀ। ਸੋ ਉਹਦੇ ਕਰਕੇ ਅਗਰ ਵੇਜ ਸਬਸਿਡੀ ਰਾਹੀਂ ਸਰਕਾਰ ਟੈਂਪਰਰੀ ਮੈਜਰਸ ਕਰਕੇ ਬਿਜ਼ਨੈਸਿਸ ਸਰਵਾਈਵ ਕਰੀ ਜਾਣ, ਲੋਕੀ ਕੰਮਾਂ ਤੇ ਜਾਈ ਜਾਣ, ਤਾਂ ਉਹ ਜਿਹੜਾ ਰਿਸੈਸ਼ਨ ਹੈ ਰੋਕਿਆ ਜਾ ਸਕਦਾ ਹੈ। ਬਿਲਕੁਲ ਠੀਕ। ਉਹ ਜਦੋਂ ਸਭ ਸਿਚੁਏਸ਼ਨ ਨਾਰਮਲ ਹੋ ਜਾਏਗੀ, ਸਿਚੁਏਸ਼ਨ ਇੰਪਰੂਵ ਹੋ ਜਾਏਗੀ। ਸੋ ਸਰਕਾਰ ਦੀ ਕੋਸ਼ਿਸ਼ ਇਹੀ ਆ ਕਿ ਅਸੀਂ ਸਮਰ ਤੱਕ ਇਹ ਐਕਸਟੈਂਡ ਕਰ ਲਈਏ, ਜੇ ਵੇਜ ਸਬਸਿਡੀ ਹੈਗੀ ਆ, ਲੋਕਾਂ ਨੂੰ ਬਚਾ ਲਈਏ। ਹਾਲੇ ਥੋੜਾ ਬਹੁਤ ਪੈਸਾ ਹੋਰ ਵੀ ਖਰਚ ਹੋਏਗਾ, ਕਰਜ਼ਾ ਹੋਰ ਵੀ ਵਧੇਗਾ, ਪਰ ਕੈਨੇਡਾ ਬਾਕੀ ਮੁਲਕਾਂ ਨਾਲੋਂ ਸ਼ਾਇਦ ਬਿਹਤਰ ਪੋਜੀਸ਼ਨ ਤੇ ਹੈ। ਨਾਲੇ ਇੰਟਰਸਟ ਰੇਟ ਆਲ ਟਾਈਮ ਲੋ ਆ। ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਆ ਕਿ ਜਾਂ ਤਾਂ ਲੋਕ ਆਪਣਾ ਕਰਜ਼ਾ ਵਧਾ ਲੈਣ, ਜਾਂ ਦੇਸ਼, ਕਿਉਂਕਿ ਅਸੀਂ ਵੀ ਇਨ ਬੈਟਰ ਪੋਜੀਸ਼ਨ, ਅਸੀਂ ਕਰਜ਼ਾ ਵਧਾ ਕੇ ਇਹਨੂੰ ਪੇ ਕਰ ਸਕਦੇ ਹਾਂ, ਜਾਂ ਦੇਸ਼ ਵਧਾ ਲਵੇ। ਸੋ ਇਹ ਜਾਂ ਤਾਂ ਆਪਾਂ ਆਪਣੇ ਕ੍ਰੈਡਿਟ ਕਾਰਡ 22% ਪੇ ਕਰੀਏ, ਜਾਂ ਫਿਰ ਸਰਕਾਰ ਨੇ ਆਲ ਟਾਈਮ
ਇੰਟਰਸਟ ਲੋ ਆ ਉਹ ਤੇ ਬੋਰੋ ਕਰਕੇ ਲੋਕਾਂ ਨੂੰ ਸਹਾਇਤਾ ਦੇਵੇ। ਸੋ ਉਹਨਾਂ ਦੀ ਜਿਹੜੀ ਇਹ ਸਕੀਮ ਮੈਨੂੰ ਲੱਗਦਾ ਅੱਜ ਦੇ ਦੌਰ ਵਿੱਚ ਕੋਈ ਗਲਤ ਨਹੀਂ ਹੈਗੀ, ਸਹੀ ਆ। ਔਰ ਇਹ ਜਿਹੜੀ ਸਟ੍ਰੈਟਜੀ ਉਹ ਵਰਤ ਰਹੇ ਆ ਤੇ ਉਹ ਸ਼ਾਇਦ ਇਸੇ ਦਾ ਹੀ ਕਾਰਨ ਹੈ ਕਿ ਜਿਹੜੀ ਉਹਨਾਂ ਦੀ ਪਪੂਲੈਰਿਟੀ ਹੈ ਜਾਂ ਉਹਨਾਂ ਦੀ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਇੱਕ ਬੱਲੇ ਬੱਲੇ ਬਣੀ ਹੋਈ ਆ ਉਹ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ 'ਚ ਵੀ ਬਰਕਰਾਰ ਰਹੇਗੀ। ਔਰ ਜੇ ਅਗਰ ਵੋਟਿੰਗ ਦੀ ਗੱਲ ਕਰੀਏ, ਮੰਨ ਲਓ ਕਿ ਸਰਕਾਰ ਡਿੱਗ ਪੈਂਦੀ ਹੈ ਜਾਂ ਦੁਬਾਰਾ ਵੋਟਿੰਗ ਹੁੰਦੀ ਆ, ਤਾਂ ਇੱਕ ਓਪੀਨੀਅਨ ਹੈ ਜਿਹੜਾ ਉਹ ਐਜ਼ ਏ ਤੁਹਾਡਾ ਨਜ਼ਰੀਆ, ਤੁਸੀਂ ਇਹਨੂੰ ਬਹੁਤ ਨੇੜਿਓਂ ਦੇਖਦੇ ਹੋ, ਤੁਸੀਂ ਕੀ ਸਮਝਦੇ ਹੋ ਕਿਸ ਤਰ੍ਹਾਂ ਰਹੇਗਾ ਕਿ ਜੇ ਸਰਕਾਰ ਡਿੱਗ ਪੈਂਦੀ ਹੈ ਤਾਂ ਲਿਬਰਲ ਦੁਬਾਰਾ ਆਉਣਗੇ ਜਾਂ ਨਹੀਂ? ਜਿੰਨੀ ਦੇਰ ਤੱਕ ਕੋਵਿਡ-19 ਇਸ਼ੂ ਰਹੇਗਾ, ਅੱਛਾ, ਉਨੀ ਦੇਰ ਤੱਕ ਜਸਟਿਨ ਟਰੂਡੋ ਵਾਪਸ ਆਏਗਾ। ਠੀਕ। ਜਦੋਂ ਕੋਵਿਡ-19 ਇਸ਼ੂ ਨਾ ਰਿਹਾ ਜੀ, ਫਿਰ ਕੁਝ ਵੀ ਕਿਹਾ ਜਾ ਸਕਦਾ ਹੈ। ਪਹਿਲੀ ਗੱਲ ਹੈ ਜਿਹੜੀ ਕੰਜ਼ਰਵੇਟਿਵ ਪਾਰਟੀ ਨੂੰ ਨਵਾਂ ਲੀਡਰ ਮਿਲਿਆ ਐਰਨ ਓਟੂਲ, ਮੈਂ ਉਹਨੂੰ ਪਰਸਨਲੀ ਮਿਲਿਆ ਵੀ, ਉਹਦੀ ਟੀਮ ਦੇ ਮੈਂਬਰਾਂ ਨੂੰ ਵੀ ਜਾਣਦਾ ਜਿਹੜੇ ਉਹਦੇ ਕੰਪੇਨ ਨੂੰ ਮੈਨੇਜ ਕਰਦੇ ਨੇ ਜੀ। ਉਹ ਐਂਡਰੂ ਸ਼ੀਅਰ ਤੋਂ ਅਪਗ੍ਰੇਡ ਆ। ਪਹਿਲੀ ਤਾਂ ਗੱਲ ਹੈ ਐਰਨ ਓਟੂਲ ਗਲਤੀ ਨਹੀਂ ਕਰੇਗਾ, ਜਿਹੜੇ ਐਂਡਰੂ ਸ਼ੀਅਰ ਬਹੁਤ ਕਰਦਾ ਸੀ ਜੀ। ਐਰਨ ਓਟੂਲ ਦੇ ਫੌਜ ਵਿੱਚ ਬੈਕਗ੍ਰਾਉਂਡ ਹੈ, 에ਅਰ ਫੋਰਸ ਵਿੱਚ, ਫਿਰ ਕਾਰਪੋਰੇਟ ਵਕੀਲ ਵੀ ਰਿਹਾ ਬੇ ਸਟਰੀਟ ਜੀ। ਸੋ ਬੜਾ ਡਿਸਪਲਿਨਡ ਆਦਮੀ ਹੈ, ਠੀਕ ਹੈ, ਉਹਨੇ ਗਲਤੀ ਨਹੀਂ ਕਰਨੀ। ਸੋ ਹਾਲੇ ਲੋਕ ਨੂੰ ਜਾਣਦੇ ਨਹੀਂ ਜੀ, ਉਹ ਆਪਣੇ ਕੰਮਾਂ ਰਾਹੀਂ ਲੋਕਾਂ ਤੱਕ ਪ੍ਰਭਾਵ ਛੱਡ ਸਕਦਾ ਹੈ। ਠੀਕ ਹੈ, ਠੀਕ ਹੈ ਨਾ ਜੀ। ਸੋ ਇਸ ਮੈਂ ਤਾਂ ਹੀ ਕਹਿੰਦਾ ਕਿ ਅਗਰ ਇਲੈਕਸ਼ਨ ਜਲਦੀ ਹੁੰਦੀ ਆ ਜੀ, ਇਸ ਵੇਲੇ ਤਾਂ ਨਹੀਂ ਹੁੰਦੀ, ਪਰ ਟਰੂਡੋ ਸਾਹਿਬ ਵੀ ਚਾਹਣਗੇ ਕਿ 2021 ਚ ਇਲੈਕਸ਼ਨ ਜ਼ਰੂਰ ਹੋ ਜਾਵੇ। ਬੈਨੀਫਿਟ ਦੇ ਹਟਣਾ ਜੀ, ਉਸ ਵੇਲੇ ਸ਼ਾਇਦ ਕੋਵਿਡ-19 ਦਾ ਪ੍ਰਭਾਵ ਵੀ ਕਰ ਜਵੇ, ਲੋਕਾਂ ਨੇ ਫਾਇਦੇ ਵੀ ਲੈਣੇ, ਤਾਜ਼ਾ ਯਾਦਾਸ਼ਤ ਹੋਣੀ ਹੈ। ਹਾਲਾਂਕਿ ਵੀਕ ਕੰਟਰੋਵਰਸੀ ਇਸ਼ੂ ਵੀ ਹੈਗਾ ਆ, ਪਰ ਜਿਹੜਾ ਵੀਕ ਕੰਟਰੋਵਰਸੀ ਇਸ਼ੂ ਆ ਉਹ ਤੇ ਜਿਹੜਾ ਟਰੂਡੋ ਸਾਹਿਬ ਨੇ ਲੋਕਾਂ ਦਾ ਖਿਆਲ ਰੱਖਿਆ ਹੋਣਾ, ਕੋਵਿਡ-19 ਨੂੰ ਫਾਈਟ ਕੀਤਾ ਜਿਹੜਾ, ਤੇ ਉਹਦੇ ਕਰਕੇ ਸ਼ਾਇਦ ਲੋਕ ਉਹਨਾਂ ਨੂੰ ਉਸ ਦਾ ਕਹਿੰਦੇ ਹੁੰਦੇ ਬੈਨੀਫਿਟ ਆਫ ਡਾਊਟ ਦੇ ਦੇਣ ਤੇ ਉਹਨਾਂ ਦੀ ਸਰਕਾਰ ਮੈਜੋਰਿਟੀ ਵੀ ਆ ਸਕਦੀ, ਏਡੀ ਵੱਡੀ ਗੱਲ ਨਹੀਂ ਹੈਗੀ। ਹਾਂ, ਪਰ ਜਿਵੇਂ ਜਿਵੇਂ ਸਮਾਂ ਬੀਤਦਾ ਜਾਏਗਾ, ਅਗਰ 2021 ਚ ਨਹੀਂ ਹੁੰਦੀ, 22 ਦੇ ਐਂਡ ਤੱਕ ਹੁੰਦੀ ਆ, ਤਾਂ ਇਸ਼ੂ ਬਦਲ ਜਾਂਦੇ ਆ। ਵਿੰਸਟਨ ਚਰਚਿਲ ਨੇ ਬਰਤਾਨੀਆ ਬਚਾਇਆ ਸੀ ਵਰਲਡ ਵਾਰ ਦੇ ਵਿੱਚ, ਪਰ ਜਦੋਂ ਜੰਗ ਖਤਮ ਹੋ ਗਈ, ਲੋਕਾਂ ਦਾ ਇਸ਼ੂ ਜੰਗ ਦੀ ਜਗ੍ਹਾ ਇਕਨੋਮੀ ਆ ਗਈ, ਉਹ ਇਲੈਕਸ਼ਨ ਹਾਰ ਗਿਆ ਸੀ। ਤਾਂ ਸ਼ਾਇਦ ਜਿਹੜੀ ਸਿਚੁਏਸ਼ਨ ਤੁਸੀਂ ਉਹਦੇ ਨਾਲ ਤੁਲਨਾ ਕਰਕੇ ਦਿਖਾ ਰਹੇ ਹੋ, ਤੇ ਇਹ ਵੀ ਹੋ ਸਕਦਾ ਕੋਵਿਡ ਦੇ ਚੱਲਦਿਆਂ ਜਾਂ ਕੋਵਿਡ ਦੇ ਸਮੇਂ ਦੇ ਵਿੱਚੋਂ ਲੰਘਦੇ ਆ ਤਾਂ ਲਿਬਰਲ ਕਿਤੇ ਵੀ ਹਾਰਨ ਵਾਲੇ ਨਹੀਂ ਹੈ, ਨਹੀਂ ਲੱਗ ਰਿਹਾ ਜੀ। ਤੇ ਜਦੋਂ ਹੀ ਇਹ ਕਰੋਨਾ ਦਾ ਜਿਹੜਾ ਇਹ ਸੰਕਟ ਦੂਰ ਹੁੰਦਾ ਹੈ ਤਾਂ ਸ਼ਾਇਦ ਲੋਕਾਂ ਲਈ ਇੱਕ ਇਕਨੋਮੀ ਉਹ ਵੱਡਾ ਵਿਸ਼ਾ ਬਣ ਕੇ ਜੇ ਡੈਫਿਸਿਟ ਕਰਜ਼ਾ ਜ਼ਰੂਰ ਬਣੇਗਾ ਜੀ, ਤੇ ਇਕਨੋਮੀ ਇਸ਼ੂ ਬਣ ਜਾਏਗੀ। ਤੇ ਉਹਦੇ ਵਿੱਚ ਮੈਂ ਜਿਵੇਂ ਕਹਿੰਦਾ ਫਿਰ ਐਰਨ ਓਟੂਲ ਜਿਹੜਾ ਹੈਗਾ ਆ ਜੀ, ਉਹ ਐਂਡਰੂ ਸ਼ੀਅਰ ਵਾਂਗ ਗਲਤੀ ਕਰਨ ਵਾਲਾ ਨਹੀਂ ਲੱਗ ਰਿਹਾ। ਸੋ ਟੱਕਰ ਹੋ ਸਕਦੀ ਆ ਜੀ, ਤੇ ਕੁਝ ਵੀ ਹੋ ਸਕਦਾ ਆ ਜੀ। ਸੋ ਇਹ ਮੇਰੀ ਭਵਿੱਖਬਾਣੀ ਇਹ ਆ ਜੀ, ਅਗਰ 21 ਚ ਇਲੈਕਸ਼ਨ ਹੁੰਦੀ, 21 ਤੋਂ ਪਹਿਲਾਂ ਟਰੂਡੋ ਸਾਹਿਬ ਕੋਲ ਐਡਵਾਂਟੇਜ ਹੈ ਜੀ। ਜੇਕਰ 22 ਚ ਐਂਟਰ ਹੋ ਜਾਂਦੇ ਆ, ਮੁਕਾਬਲਾ ਫਸਦਾ ਜਾਣਾ ਆ, ਤੇ ਜੇ 23 ਚ ਪਹੁੰਚ ਗਏ ਤਾਂ ਜੀ ਕੁਝ ਵੀ ਹੋ ਸਕਦਾ, ਦੂਜੀ ਸਰਕਾਰ ਵੀ ਆ ਸਕਦੀ ਹੈ। ਸੋ ਜੇ ਐਰਨ ਓਟੂਲ ਦੀ ਤੁਸੀਂ ਗੱਲ ਕਰ ਰਹੇ ਹੋ, ਤਾਂ ਐਰਨ ਓਟੂਲ ਤੁਸੀਂ ਕਿਹਾ ਵੀ ਬਹੁਤ ਹੀ ਅਨੁਸ਼ਾਸਨੀ ਬੰਦਾ ਹੈ ਜੀ। ਸੋ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਕੱਲ ਜਾਂ ਪਰਸੋਂ ਦੀ ਜੇ ਆਪਾਂ ਖਬਰ ਦੇਖੀਏ ਤਾਂ ਉਹ ਆਪਣੇ ਪਰਿਵਾਰ ਨੂੰ ਲੈ ਕੇ ਕੋਵਿਡ-19 ਦਾ ਜਿਹੜਾ ਕੋਵਿਡ ਦਾ ਟੈਸਟ ਕਰਵਾਉਣ ਗਏ ਸੀ, ਲਾਈਨ ਬਹੁਤ ਲੰਬੀ ਸੀ, ਤਾਂ ਕਿਤੇ ਨਾ ਕਿਤੇ ਫਰਸਟ੍ਰੇਟ ਹੋ ਕੇ ਉਹਨਾਂ ਨੇ ਕਿਹਾ ਵੀ ਮੈਂ ਨਹੀਂ ਕਰਵਾਉਂਦਾ ਤੇ ਮੈਂ ਪ੍ਰਾਈਵੇਟ ਕਲੀਨਿਕ ਤੋਂ ਕਰਵਾ ਲੈਣਾ ਜੀ। ਤਾਂ ਇਹਦੇ ਉੱਪਰ ਵੀ ਜਿਹੜਾ ਜੈਐਨਡੀਪੀ ਦੀ ਗੱਲ ਕਰੀਏ ਜਾਂ ਹੋਰ ਉਹਨਾਂ ਨੇ ਵੀ ਮਸਲਾ ਚੁੱਕਿਆ ਸੀ ਕਿ ਵੀ ਜਦੋਂ ਆਮ ਲੋਕ ਜਿਹੜੇ ਲਾਈਨ ਵਿੱਚ ਖੜੇ ਨੇ, ਤੁਸੀਂ ਇੱਕ ਵੱਡੀ ਕੈਨੇਡਾ ਦੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਤੇ ਤੁਸੀਂ ਆਮ ਲੋਕਾਂ ਦੀ ਜਿਹੜੀ ਬਲਕਿ ਜੇ ਕੈਨੇਡਾ ਦੀ ਇੱਕ ਕਲਚਰ ਦੀ ਗੱਲ ਕਰੀਏ ਵੀ ਸਾਰਿਆਂ ਲਈ ਸਾਰੀ ਸਮਾਨਤਾ ਬਰਾਬਰ ਹੈ ਜਾਂ ਬਰਾਬਰਤਾ ਦਾ ਅਧਿਕਾਰ ਹੈ, ਤਾਂ ਫਿਰ ਐਰਨ ਓਟੂਲ ਨੂੰ ਕੀ ਲੋੜ ਪਈ ਸੀ ਕਿ ਉਹ ਪ੍ਰਾਈਵੇਟ ਕਲੀਨਿਕ ਦੇ ਵਿੱਚ ਜਾ ਕੇ ਟੈਸਟ ਕਰਵਾਉਣਾ? ਤੁਸੀਂ ਇਹਦੇ ਬਾਰੇ ਕੀ ਸੋਚਦੇ? ਨਹੀਂ, ਦੇਖੋ ਮੈਂ ਮੰਨਦਾ ਕਿ ਜਿਹੜੀ ਇਹ ਗੱਲ ਵੀ ਹੈਗੀ ਆ, ਜਿਹੜੀ ਹੈਲਥ ਕੇਅਰ ਵਿੱਚ ਪ੍ਰਾਈਵੇਟਾਈਜੇਸ਼ਨ ਵੈਸੇ ਕੈਨੇਡਾ 'ਚ ਨਹੀਂ ਹੈਗੀ, ਪਰ ਜਿਹੜੀ ਕੰਜ਼ਰਵੇਟਿਵ ਪਾਰਟੀ ਹੈਗੀ ਆ, ਕਿਤੇ ਨਾ ਕਿਤੇ ਅਗਰ ਕੈਨੇਡਾ ਵਿੱਚ ਕੁਝ ਇੱਕ ਸੇਵਾਵਾਂ ਪ੍ਰਾਈਵੇਟਾਈਜ਼ ਹੋਈਆਂ, ਉਹ ਕੰਜ਼ਰਵੇਟਿਵ ਹੀ ਕਰਨਗੇ। ਠੀਕ ਹੈ, ਕਿਉਂਕਿ ਜਿਵੇਂ ਕਿਹਾ ਕਿ ਉਹ ਬਿਲੀਵ ਕਰਦੇ ਆ ਘੱਟ ਟੈਕਸ ਦੇ ਵਿੱਚ, ਘੱਟ ਖਰਚੇ ਵਿੱਚ ਜੀ, ਬਜਟ ਬੈਲੈਂਸ ਹੋਣ, ਇਹੋ ਜਿਹੀ ਹਰ ਇੱਕ ਕੰਜ਼ਰਵੇਟਿਵ ਦੀ ਸੋਚ ਹੁੰਦੀ ਆ ਜੀ। ਐਨਡੀਪੀ ਵਾਲਾ ਦੀ ਸੋਚ ਵੱਖਰੀ ਹੁੰਦੀ ਹੈ। ਸੋ ਐਰਨ ਓਟੂਲ ਦੀ ਇਹ ਗੱਲ ਦੇ ਨਾਲ ਜਿਹੜਾ ਉਹਦੇ ਬੇਸ ਵਿੱਚ ਉਹਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਣਾ। ਅੱਛਾ, ਤਾਂ ਇਹ ਤੁਸੀਂ ਲਿਬਰਲ ਪਾਰਟੀ ਵਾਲੇ ਵੀ ਕਈ ਇਸ ਗੱਲ ਨੂੰ ਮੰਨ ਚੁੱਕੇ ਆ
ਇਹ ਐਨਡੀਪੀ ਦਾ ਸਖਤ ਸਟੈਂਡ ਹੈਗਾ ਆ। ਬਾਕੀ ਪਾਰਟੀਆਂ ਇਸ ਬਾਰੇ ਬੜਾ ਕੋਈ ਟਿੱਪਣੀ ਨਹੀਂ ਕਰ ਰਹੀਆਂ ਤੇ ਇਹਦੇ ਵਿੱਚ ਲੱਗਦਾ ਕਿ ਇਹ ਕੋਈ ਇਲੈਕਸ਼ਨ ਇਸ਼ੂ ਬਣਨ ਵਾਲੀ ਗੱਲ ਨਹੀਂ ਹੈਗੀ। ਪਰ ਫਿਰ ਵੀ ਮੈਂ ਕਹਾਂਗਾ ਕਿ ਐਰਵਲ ਟੂਲ ਨੇ ਕੱਲ ਜਿਵੇਂ 1:30 ਵਜੇ ਰਾਤੀ ਆ ਕੇ ਪ੍ਰੈਸ ਨੂੰ ਸੰਬੋਧਨ ਕੀਤਾ, ਮਤਲਬ ਕਿ ਜਿਵੇਂ ਲੋਕਾਂ ਦੀ ਉਮੀਦ ਸੀ ਉਹ ਕੋ ਜ਼ਿਆਦਾ ਬੈਟਰ ਉਹ ਨਜ਼ਰ ਆ ਰਿਹਾ ਹੈ। ਅੱਛਾ। ਤੇ ਪਿਛਲੀ ਵਾਰੀ ਐਂਡਰੂ ਸ਼ੀਅਰ ਜਿਹੜਾ ਸੀਗਾ ਉਹ ਹਾਰਡ ਰਾਈਟ ਸੀਗਾ, ਮਤਲਬ ਬਹੁਤ ਜ਼ਿਆਦਾ ਰਾਈਟ ਤੇ ਸੀਗਾ। ਜੀ। ਐਂਡਰੂ ਸ਼ੀਅਰ ਵੈਸੇ ਪ੍ਰੋਗਰੈਸਿਵ ਸੋਚਦਾ, ਖੁਦ ਸੈਂਟਰਿਸਟ ਆਦਮੀ ਹੈਗਾ ਆ। ਠੀਕ ਹੈ। ਜਦੋਂ ਲੀਡਰ ਬਣਿਆ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਸੇਮ ਸੈਕਸ ਮੈਰਿਜ ਬਾਰੇ ਕੀ ਖਿਆਲ ਹੈ, ਉਹ ਕਹਿੰਦਾ ਮੈਂ ਸਪੋਰਟ ਕਰਦਾ ਹਾਂ। ਅੱਛਾ। ਉਹਨਾਂ ਨੇ ਪੁੱਛਿਆ ਤੁਹਾਡਾ ਅਬੋਰਸ਼ਨ ਦੇ ਬਾਰੇ ਕੀ ਖਿਆਲ ਹੈ, ਉਹ ਕਹਿੰਦੇ ਮੈਂ ਔਰਤ ਦੇ ਹੱਕ ਦੀ ਗੱਲ ਕਰਦਾ ਹਾਂ। ਔਰਤ ਕੋਲ ਹੱਕ ਚਾਹੀਦਾ ਡਿਸਾਈਡ ਕਰਨ ਦਾ। ਠੀਕ ਹੈ। ਜਿਹੜਾ ਕਿ ਐਂਡਰੂ ਸ਼ੀਅਰ ਨਹੀਂ ਸੀ ਕਦੀ ਕਹਿੰਦਾ। ਪਿਛਲੀ ਇਲੈਕਸ਼ਨ ਫ੍ਰੈਂਚ ਡਿਬੇਟ ਦੇ ਵਿੱਚ ਜੀ ਸ਼ੁਰੂਆਤ ਹੀ ਇਹੋ ਜਿਹੀ ਹੋਈ, ਸਵਾਲ ਹੀ ਪੁੱਛਿਆ ਗਿਆ ਕਿ ਤੁਹਾਡਾ ਅਬੋਰਸ਼ਨ ਰਾਈਟਸ ਬਾਰੇ ਕੀ ਗੱਲ ਹੈ। ਐਂਡਰੂ ਸ਼ੀਅਰ ਇਹੋ ਜਿਹਾ ਉਹ ਚ ਭਟਕਿਆ ਤੇ ਕਦੀ ਸੰਭਲਿਆ ਹੀ ਨਹੀਂ। ਹਾਂਜੀ। ਸੋ ਐਰਵਲ ਟੂਲ ਜਿਹੜਾ ਹੈਗਾ ਉਹੋ ਜਿਹੀ ਗਲਤੀ ਨਹੀਂ ਕਰੇਗਾ ਜੀ। ਸੋ ਉਹਦੇ ਵਿੱਚ ਤੇ ਜਦੋਂ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਥੋੜਾ ਜਿਹਾ ਸੈਂਟਰ ਤੇ ਹੋਵੇ, ਕੈਨੇਡਾ ਵਿੱਚ ਇੱਕ ਬਹੁਤ ਵੱਡਾ ਜਿਹੜਾ ਵੋਟਰ ਹੈਗਾ ਨਾ ਜੀ, ਉਹਨੂੰ ਤੁਸੀਂ ਬਲੂ ਲਿਬਰਲ ਜਾਂ ਰੈਡ ਟੋਰੀ ਕਹਿ ਸਕਦੇ ਆ। ਉਹਦਾ ਭਾਵ ਕੀ ਹੈਗਾ ਆ, ਜਿਹੜੇ ਸੈਂਟਰ ਤੋਂ ਰਾਈਟ ਦੇ ਵਿੱਚ ਗੱਭੇ ਜਿਹੇ ਲੋਕ ਨੇ ਜੀ, ਜਿਹੜੇ ਸੋਸ਼ਲ ਇਸ਼ੂਜ਼ ਤੇ ਚਾਹੁੰਦੇ ਆ ਕਿ ਸਰਕਾਰਾਂ ਲਿਬਰਲ ਹੋਣ। ਉਹ ਨਹੀਂ ਚਾਹੁੰਦੇ ਸਰਕਾਰ ਕਿਸੇ ਨੂੰ ਦੱਸੇ ਕਿ ਤੂੰ ਵਿਆਹ ਕਿਹਨਾਂ ਕਰਾਉਣਾ ਆ, ਤੂੰ ਰਹਿਣਾ ਕਿਵੇਂ ਆ, ਤੂੰ ਤੈਨੂੰ ਆਜ਼ਾਦੀ, ਉਹਦੇ ਵਿੱਚ ਬਿਲਕੁਲ ਇੰਟਰਫੇਰੈਂਸ ਨਹੀਂ ਚਾਹੁੰਦੇ। ਪਰ ਜਦੋਂ ਫਿਸਕਲ ਪਾਲਿਸੀ ਆਰਥਿਕਤਾ ਤੇ ਉਹ ਚਾਹੁੰਦੇ ਸਰਕਾਰ ਜ਼ਿੰਮੇਵਾਰ ਹੋਵੇ। ਉਹ ਲੋਕ ਕੈਨੇਡਾ ਦੇ ਜਿਹੜੇ ਮੈਜੋਰਿਟੀ ਲੋਕ ਆ, ਜਿਹੜਾ ਪ੍ਰੋਫੈਸ਼ਨਲ ਵਰਗ ਆ, ਪੜ੍ਹਿਆ ਲਿਖਿਆ ਵਰਗ ਆ, ਉਹ ਸ਼ਾਇਦ ਅੰਟੇਰੀਓ ਖਾਸ ਕਰਕੇ ਉਹ ਉਸ ਕੈਟਾਗਰੀ ਚਾਹੁੰਦਾ। ਜਦੋਂ ਕਦੇ ਵੀ ਕੰਜ਼ਰਵੇਟਿਵ ਲੀਡਰ ਆਪਣੀ ਇਮੇਜ ਇਹੋ ਜਿਹੀ ਬਣਾ ਲਵੇ ਉਦੋਂ ਫਾਇਦੇ ਚਾਹੁੰਦਾ ਹੈ। ਐਂਡਰੂ ਸ਼ੀਅਰ ਦੀ ਇਮੇਜ ਨਹੀਂ ਸੀ, ਪਰ ਐਰਵਲ ਟੂਲ ਇਮੇਜ ਬਣਾਉਣ ਦੀ ਆਲਰੇਡੀ ਹੈਗੀ ਆ ਜੀ। ਜਿਵੇਂ ਪਹਿਲਾਂ ਕਿਹਾ ਹੈ ਕਿ ਅਗਰ COVID-19 ਇਸ਼ੂ ਨਾ ਰਿਹਾ ਫਿਰ ਆਪਾਂ ਕੰਜ਼ਰਵੇਟਿਵਸ ਨੂੰ ਬਿਲਕੁਲ ਰਾਈਟ ਆਫ ਨਹੀਂ ਕਰ ਸਕਦੇ, ਉਹ ਡੈਫੀਨਿਟਲੀ ਗੇਮ ਛੋੜਨਗੇ। ਸੋ ਮੇਰੀ ਭਵਿੱਖਬਾਣੀ ਹਲੇ ਵੀ ਇਹੀ ਹੈ, 2021 ਚ ਇਲੈਕਸ਼ਨ ਟਰੂਡੋ ਸਾਹਿਬ ਐਡਵਾਂਟੇਜ, ਜਿੰਨਾ ਲੇਟ ਹੁੰਦਾ ਜਾਏਗਾ ਐਰਵਲ ਟੂਲ ਜ਼ੋਰ ਫੜਦਾ ਜਾਏਗਾ। ਬਹੁਤ ਅੱਛਾ। ਔਰ ਇੱਕ ਗੱਲ ਹੋਰ ਆ ਜਿਹੜੀ ਮੈਂ ਬਿਲਕੁਲ ਹੀ ਬੇਸਿਕ ਲੈਵਲ ਦੀ ਗੱਲ ਕਰ ਰਿਹਾ ਕਿ ਕੰਜ਼ਰਵੇਟਿਵ ਨੂੰ ਹਮੇਸ਼ਾ ਕਿਤੇ ਨਾ ਕਿਤੇ, ਜਿਵੇਂ ਆਪਾਂ ਭਾਜਪਾ ਦੀ ਗੱਲ ਕਰੀਏ ਤਾਂ ਉਸ ਰੂਪ ਚ ਦੇਖਿਆ ਜਾਂਦਾ ਸਿਰਫ ਤੇ ਸਿਰਫ ਬਿਜ਼ਨਸਮੈਨ ਜਾਂ ਵੱਡੇ ਕਾਰਪੋਰੇਟ ਵਰਲਡ ਹੈ ਉਹਨਾਂ ਦੇ ਸਪੋਰਟਰ ਸਮਝਿਆ ਜਾਂਦਾ ਹੈ। ਇਹ ਕਿੰਨੀ ਕੁ ਸੱਚਾਈ ਹੈ? ਇੱਕ ਤਾਂ ਇਹ ਸਵਾਲ ਨਾਲ ਹੀ ਲੱਗਮਾ ਸਵਾਲ ਇਹ ਹੈ ਕਿ ਜਦੋਂ ਵੀ ਇਹ, ਚਾਹੇ ਆਪਾਂ ਸਟੀਫਨ ਹਾਰਪਰ ਦੀ ਗੱਲ ਕਰੀਏ, ਉਹਨਾਂ ਨੇ ਜਦੋਂ ਇਮੀਗ੍ਰੇਸ਼ਨ ਸੰਬੰਧੀ ਕਾਨੂੰਨ, ਜਦੋਂ ਆਪਾਂ ਜੈਸਨ ਕਿਨੀ ਉਹਨਾਂ ਦੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਸੰਬੰਧੀ ਕਾਨੂੰਨ ਬੜੇ ਹਾਰਡ ਕੀਤੇ ਸੀ, ਕਿਉਂਕਿ ਅਸੀਂ ਸਾਰੇ ਇੱਥੇ ਇਮੀਗ੍ਰੈਂਟਸ ਆਏ ਹੋਏ ਹਾਂ ਔਰ ਇਮੀਗ੍ਰੈਂਟਸ ਦਾ ਹੀ ਕੈਨੇਡਾ ਔਰ ਅੱਗੇ ਵੀ ਇਹੀ ਰਹਿਣਾ। ਤਾਂ ਇਮੀਗ੍ਰੇਸ਼ਨ ਨੂੰ ਲੈ ਕੇ ਇਹਨਾਂ ਦਾ ਨਜ਼ਰੀਆ ਇੰਨਾ ਸਖਤ ਕਿਉਂ ਆ? ਔਰ ਦੂਜੀ ਗੱਲ ਇਹ, ਜੇ ਮੰਨ ਲਓ ਆਪਾਂ 21 ਦੀ ਵੀ ਗੱਲ ਕਰਦੇ, ਜੇ ਕੰਜ਼ਰਵੇਟਿਵ ਆਉਂਦੇ ਨੇ ਜਾਂ ਪੀਸੀ ਪਾਰਟੀ ਕੰਜ਼ਰਵੇਟਿਵ ਆਉਂਦੇ ਨੇ, ਤਾਂ ਜੇ ਇਹਨਾਂ ਦੇ ਲਈ ਇਮੀਗ੍ਰੇਸ਼ਨ ਲਈ ਸਖਤ ਕਾਨੂੰਨ ਬਣਾਉਣਗੇ ਜਿਹਦੇ ਵਿੱਚ ਕਿਆਸ ਲਾਈਆਂ ਇਹ ਵੀ ਲਾਈਆਂ ਜਾਂਦੀਆਂ ਸੀ ਕਰੋਨਾ ਤੋਂ ਪਹਿਲਾਂ ਕਿ ਵੀ ਸਟੂਡੈਂਟਸ ਦਾ, ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜਾ ਇੱਥੇ ਆਉਣਾ ਜਿਹੜਾ ਉਹ ਬਿਲਕੁਲ ਹੀ ਰੋਕ ਦਿੱਤਾ ਜਾਵੇਗਾ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮੈਂ ਮੰਨਦਾ ਜੀ ਕੈਨੇਡਾ 'ਚ ਕੋਈ ਵੀ ਸਰਕਾਰ ਆ ਜਾਵੇ ਇਮੀਗ੍ਰੇਸ਼ਨ ਨੂੰ ਰੋਕ ਨਹੀਂ ਸਕਦਾ ਜੀ। ਇਹ ਮੈਂ ਤੁਹਾਨੂੰ ਕਾਰਨ ਦੱਸ ਦਿੰਦਾ ਆ। ਨਹੀਂ, ਪਰ ਲੋਕਾਂ ਦੇ ਪ੍ਰਭਾਵ ਹੈ, ਪਰ ਲੋਕ ਸ਼ਾਇਦ ਇਹ ਨਹੀਂ ਜਾਣਦੇ ਕਿ ਸਭ ਤੋਂ ਵੱਧ ਰਿਫਿਊਜੀ ਪੱਕਾ ਬਰਾਇਨ ਮਲਰੂਨੀ ਨੇ ਕੀਤਾ, ਜਿਹੜਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸੀਗਾ। ਠੀਕ ਹੈ। ਅਗਾਂਹ ਚੱਲਦੇ ਆ ਇੰਟਰਨੈਸ਼ਨਲ ਸਟੂਡੈਂਟ ਦਾ ਜਿਹੜਾ ਇਹ ਪ੍ਰੋਜੈਕਟ ਹੈਗਾ ਆ, ਇਹ ਜੇਸਨ ਕੈਨੀ ਬਤੌਰ ਇਮੀਗ੍ਰੇਸ਼ਨ ਮਿਨਿਸਟਰ ਦੀ ਜਦ ਦੀ ਸ਼ੁਰੂਆਤ ਹੋਈ ਹੈ ਇਹਦੀ। ਠੀਕ ਹੈ। ਤੇ ਸੁਪਰ ਵੀਜ਼ਾ ਹੋਇਆ, ਇਹ ਸਾਰੇ ਮਕਬੂਲ ਹੋਏ ਪ੍ਰੋਗਰਾਮ ਬਣੇ। ਪਰ ਉਸ ਵੇਲੇ ਜਦੋਂ ਸਟੀਵਨ ਹਾਰਪਰ ਸੀ ਖੀਰ, ਜਿਹੜੇ ਉਹ ਗਲਤੀ ਵੀ ਮੰਨਦੇ ਪਾਰਟੀ ਵਾਲੇ ਉਹਨਾਂ ਦੇ ਜੀ, ਉਦੋਂ ਕ੍ਰਿਸ ਅਲੈਗਜ਼ੈਂਡਰ ਇੱਕ ਬਿਊਰੋਕਰੈਟ ਸੀਗਾ ਜਿਹੜਾ ਕਿ ਇਮੀਗ੍ਰੇਸ਼ਨ ਮਿਨਿਸਟਰ ਬਣਿਆ, ਉਹ ਐਜ਼ ਅ ਬਿਊਰੋਕਰੈਟ ਹੀ ਸੋਚਦਾ ਸੀਗਾ, ਤਾਂ ਉਹਨੇ ਕੁਝ ਇਹੋ ਜਿਹੀ ਗੱਲਾਂ ਕਰਤੀਆਂ, ਇਹੋ ਜਿਹੀ ਸ਼ਬਦਾਵਲੀ ਲਿਆਂਦੀ, ਬਾਰਬੈਰਿਕ ਕਲਚਰ ਵਰਗੀ ਇਹੋ ਜਿਹੀ ਹੋਰ ਸ਼ਬਦਾਵਲੀ ਲਿਆਂਦੀ, ਜਿਹੜਾ ਕਿ ਇਮੀਗ੍ਰੈਂਟ ਜਿਹੜਾ ਹੈਗਾ ਆ ਉਹਨੂੰ ਲੱਗਿਆ ਕਿ ਸਾਡੇ ਤੇ ਡਾਇਰੈਕਟ ਅਟੈਕ ਹੋ ਰਿਹਾ ਹੈ। ਠੀਕ ਹੈ। ਸੋ ਉਹਨਾਂ ਨੂੰ ਬੈਕਫਾਇਰ ਹੋਇਆ। ਤੇ ਪਰ ਇਮੀਗ੍ਰੇਸ਼ਨ ਨੂੰ ਕੋਈ ਕਿਉਂ ਨਹੀਂ ਰੋਕ ਸਕਦਾ? ਇਹਦੀ ਬਹੁਤ ਇੱਕ ਵੱਡਾ ਕਾਰਨ ਇਹ ਆ ਜੀ, ਕੈਨੇਡਾ ਦੀ ਜਿਹੜੀ ਆਰਥਿਕਤਾ ਹੈ, ਜਿਹੜਾ ਹੁਣ ਇੰਨਾ ਕਰਜ਼ਾ ਵੀ ਚੜ ਜਾਣਾ ਹੈ, ਇਹ ਡੈਫਿਸਿਟ ਨੂੰ ਫਾਈਟ ਕਿਵੇਂ ਕਰਨਾ? ਉਹਦੇ ਲਈ ਸਾਨੂੰ ਸਾਡੀ ਇਕਨੋਮੀ 'ਚ ਵਾਧਾ ਕਰਨਾ ਚਾਹੀਦਾ ਹੈ ਜੀ। ਸਾਡਾ ਜਿਹੜਾ ਗਰੋਥ ਰੇਟ ਇਕਨੋਮੀ ਦਾ ਹੈ ਕੈਨੇਡਾ 2% ਦੇ ਲੱਗ ਰਹਿੰਦਾ, ਉਹਨੂੰ 3% ਤੱਕ ਪਹੁੰਚਾਉਣ ਦੀ ਮਿਨੀਮਮ ਲੋੜ ਪੈਣੀ ਹੈ ਜੀ।
ਤੇ ਜਿਹੜੀ ਆਬਾਦੀ ਸਾਡੀ ਆ ਕੈਨੇਡਾ ਉਹ 'ਚ ਵਾਧਾ ਹੋਣਾ ਬਹੁਤ ਜ਼ਰੂਰੀ ਆ। ਠੀਕ ਹੈ। ਕੈਨੇਡਾ ਦੇ ਵਿੱਚ ਜਿਹੜਾ ਇਸ ਵੇਲੇ ਬਰਥ ਰੇਟ ਆ ਉਹ ਸਿਰਫ 1% ਆ। ਠੀਕ ਹੈ। ਜਿੰਨੀ ਦੇਰ ਤੱਕ ਕੈਨੇਡਾ ਦਾ ਜਿਹੜਾ ਬਰਥ ਰੇਟ ਉਹ ਲਗਭਗ 2% ਤੇ ਨਹੀਂ ਹੁੰਦਾ ਉਨੀ ਦੇਰ ਤੱਕ ਜਿਹੜੇ ਇੱਥੇ ਜਿਹੜੀ ਇਕਨੋਮਿਕ ਗਰੋਥ ਹੈ ਉਹ ਜ਼ਿਆਦਾ ਵੱਧ ਨਹੀਂ ਸਕਦੀ। ਮਤਲਬ ਉਹਦੇ ਵਿੱਚ ਗਰੋਥ ਵੀ ਆਉਣੀ ਜੀ ਜੀ ਹਾਂਜੀ। ਠੀਕ ਹੈ। ਦੇਖੋ ਪੋਪੂਲੇਸ਼ਨ ਜਿਹੜੀ ਆ ਉਹ ਬਿਰਧ ਹੋ ਰਹੀ ਆ। ਜਦੋਂ ਵਰਲਡ ਵਾਰ ਹੋਇਆ ਸੀ ਉਦੋਂ ਵੀ ਕਰਜ਼ਾ ਬੜਾ ਸੀ, ਉਦੋਂ ਬੜੀ ਇਮੀਗ੍ਰੇਸ਼ਨ ਹੋਈ, ਉਦੋਂ ਪਰ ਜਿਹੜਾ ਐਵਰੇਜ ਲਾਈਫ ਸਪੈਨ ਸੀਗਾ 74 ਸਾਲ ਦੀ ਸੀ ਆਦਮੀ ਦਾ ਕੈਨੇਡੀਅਨ ਦਾ। ਹੁਣ ਜਿਹੜਾ 83-85 ਸਾਲ ਦਾ ਹੋ ਚੁੱਕਾ ਹੈ, 90 ਤੱਕ ਵੀ ਜਾਂਦਾ, 90 ਤੱਕ ਦਾ ਐਵਰੇਜ 84-85 ਆ। ਉਹਦੇ ਨਾਲ ਜਿਹੜੇ ਲੋਕਾਂ ਦੇ ਪੈਨਸ਼ਨ ਵੀ ਵੱਧ ਲੈਂਦੇ ਆ, ਹੈਲਥ ਕੇਅਰ ਤੇ ਵੀ ਵੱਧ ਪਾ ਰਿਹਾ ਜੀ ਜਦੋਂ ਬਜ਼ੁਰਗ ਹੋ ਜਾਂਦੇ ਆ। ਸੋ ਉਹ ਖਰਚਾ ਸਰਕਾਰਾਂ ਤੇ ਵੱਧ ਹੀ ਰਿਹਾ, ਘਟ ਨਹੀਂ ਰਿਹਾ। ਜੋ ਪੇ ਕਿਨੇ ਕਰਨਾ ਹੈ ਉਹ ਨੌਜਵਾਨਾਂ ਨੇ। ਇੱਥੋਂ ਦੇ ਕੈਨੇਡੀਅਨ ਨਾਗਰਿਕ ਤਾਂ ਬੱਚਾ ਮਤਲਬ 1% ਬਰਥ ਰੇਟ ਹੈ। ਪਰ ਇੱਕ ਮਾਫ ਕਰਨਾ, ਮੈਂ ਤੁਹਾਡੀ ਗੱਲ ਵਿੱਚ ਕਿਤੇ ਕੱਟ ਰਿਹਾ, ਜਿਹੜੀ ਚੀਜ਼ ਤੁਸੀਂ ਹੁਣ ਡਿਟੇਲ 'ਚ ਦੱਸ ਰਹੇ ਹੋ ਜੀ ਜੀ ਇਸੇ ਚੀਜ਼ ਨੂੰ ਮੁੱਦਾ ਬਣਾ ਕੇ ਜਾਂ ਮੁੱਦਾ ਕਹਿ ਲਓ ਜਾਂ ਇਸੇ ਚੀਜ਼ ਦਾ ਅਸਰ ਹੈ ਜਿਹੜਾ ਆਮ ਲੋਕਾਂ ਤੇ ਇਸ ਲਈ ਹੈ ਕਿ ਵੀ ਜਿਹੜੇ ਇਮੀਗ੍ਰੈਂਟ ਜਿਹੜੇ ਇੱਥੇ ਆਏ ਸੀ 40 ਸਾਲ ਉਹਨੇ ਆਪਣਾ ਖੂਨ ਪਸੀਨਾ ਜਿਹੜਾ ਕੈਨੇਡਾ ਨੂੰ ਦਿੱਤਾ। ਜਦੋਂ ਉਹ ਬਜ਼ੁਰਗ ਹੋ ਜਾਂਦਾ ਤੇ ਉਹ ਸਾਡੇ ਹੈਲਥ ਸਿਸਟਮ ਤੇ ਇਕਨੋਮੀ ਤੇ ਭਾਰ ਕਿਉਂ ਸਮਝਿਆ ਜਾਂਦਾ ਹੈ? ਇਹ ਕਿਸੇ ਨਾ ਕਿਤੇ ਜਿਹੜੀ ਗੱਲ ਬੜੀ ਰੜਕਦੀ ਹੈ ਜਦੋਂ ਆਪਾਂ ਕਹਿੰਦੇ ਆ ਕਿ ਵੀ ਬਜ਼ੁਰਗ ਹੋ ਗਿਆ, ਉਹਦਾ ਜਿਹੜਾ ਆਰਥਿਕਤਾ ਦੇ ਉੱਪਰ ਭਾਰ ਹੈ, ਹੈਲਥ ਸਿਸਟਮ ਦੇ ਉੱਪਰ ਭਾਰ ਹੈ, ਕਿਉਂਕਿ ਉਹ ਪੈਨਸ਼ਨ ਵੀ ਲੈ ਰਿਹਾ। ਇਸੇ ਕਰਕੇ ਜੈਸਨ ਕੈਨੀ ਹੋਰਾਂ ਨੇ ਜਿਹੜਾ ਪਰਮਾਨੈਂਟ ਜਿਹੜੇ ਪੇਰੈਂਟਸ ਆਉਂਦੇ ਸੀ ਉਹਨਾਂ ਦੇ ਉੱਪਰ ਰੋਕ ਲਾ ਕੇ ਸੁਪਰ ਵੀਜ਼ਾ ਸ਼ੁਰੂ ਕਰਤਾ। ਸੁਪਰ ਵੀਜ਼ਾ ਨੇ ਇਕਨੋਮੀ ਨੂੰ ਬੂਮ ਕੀਤਾ, ਚਾਹੇ ਉਹ ਆਪਾਂ ਇੰਸ਼ੋਰੈਂਸ ਦੀ ਗੱਲ ਕਰੀਏ, ਚਾਹੇ ਆਪਾਂ ਟਿਕਟਸ ਦੀ ਗੱਲ ਕਰੀਏ, 2 ਸਾਲ ਤੋਂ ਬਾਅਦ ਗੇੜਾ ਲਾਉਣਾ ਲਾਜ਼ਮੀ ਹੋ ਗਿਆ। ਸੋ ਇਹ ਚੀਜ਼ਾਂ ਇਹਨੇ ਬਿਲਕੁਲ ਇਕਨੋਮੀ ਨੂੰ ਬੂਮ ਕੀਤਾ। ਪਰ ਜੇ ਥੋੜਾ ਜਿਹਾ ਆਪਾਂ ਕਮਰਸ਼ਲਾਈਜ਼ ਜਾਂ ਵਪਾਰਕ ਤਰੀਕੇ ਤੋਂ ਹਟ ਕੇ ਸੋਚਿਆ ਜਾਵੇ ਕਿ ਸਾਡਾ ਜਿਹੜਾ ਅੱਜ ਜੇ ਤੁਸੀਂ ਜਾਂ ਮੈਂ 40 ਸਾਲ ਆ ਔਰ ਜੇ ਤੋਂ ਪਹਿਲਾਂ ਜਦੋਂ 15-20 ਸਾਲ ਤੋਂ ਅਸੀਂ ਇੱਥੇ ਆਏ ਆ ਤਾਂ ਹੋਰ ਅਸੀਂ ਕੈਨੇਡਾ ਨੂੰ ਕਮਾ ਕੇ ਦੇਣਾ। ਜਦੋਂ ਅਸੀਂ ਬਜ਼ੁਰਗ ਹੋਵਾਂਗੇ ਅਸੀਂ ਕੀ ਸੋਚਾਂਗੇ ਕਿ ਸਾਨੂੰ ਗਵਰਨਮੈਂਟ ਜਿਹੜੀ ਆ ਹੁਣ ਭਾਰ ਸਮਝਣ ਲੱਗ ਪਈ ਆ ਆਪਣੇ। ਨਹੀਂ, ਭਾਰ ਦਾ ਭਾਵ ਮੈਂ ਇਸ ਲਈ ਕਹਿ ਰਿਹਾ ਆ, ਦੇਖੋ ਜਦੋਂ ਸਰਕਾਰੀ ਖਜ਼ਾਨੇ ਤੋਂ ਪੈਸਾ ਦਿੱਤਾ ਜਾਂਦਾ ਹੈ ਡੈਫੀਨਿਟਲੀ ਸਰਕਾਰ ਲਈ ਤਾਂ ਉਹ ਲਾਇਬਿਲਿਟੀ ਹੀ ਹੁੰਦਾ, ਬੰਦਾ ਭਾਰ ਹੁੰਦਾ ਉਸ ਵੇਲੇ। ਤੇ ਪਰ ਉਹ ਸਰਕਾਰੀ ਜ਼ਿੰਮੇਵਾਰੀ ਵੀ ਹੈ ਬਜ਼ੁਰਗਾਂ ਦੀ ਟੇਕ ਕੇਅਰ ਕਰਨਾ। ਬਿਲਕੁਲ ਠੀਕ। ਤੇ ਮੈਂ ਉਸ ਗੱਲ ਤੇ ਨਹੀਂ ਵੀ ਚੇਤਾ ਕਿ ਇਸ ਵਾਰ ਥਰੋਨ ਸਪੀਚ ਦੇ ਵਿੱਚ ਜਸਟਿਨ ਟਰੂਡੋ ਨੇ ਵੀ ਗੱਲ ਕਹੀ ਹੈ ਕਿ ਲੌਂਗ ਟਰਮ ਕੇਅਰ ਜਿੱਥੇ ਬਹੁਤ ਮੌਤਾਂ ਹੋਈਆਂ ਆ ਉਹਦੇ ਲਈ ਕਰਕੇ ਉਹ ਕ੍ਰਿਮੀਨਲ ਕੋਡ ਦੇ ਵਿੱਚ ਸੋਧ ਕਰ ਦਿੰਦੇ ਕਿ ਅਗਰ ਕੋਈ ਲੌਂਗ ਟਰਮ ਕੇਅਰ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਜਿਹਦੇ ਬਜ਼ੁਰਗਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ ਉਹ ਲੋਕ ਕ੍ਰਿਮੀਨਲੀ ਚਾਰਜ ਹੋ ਸਕਦੇ ਆ। ਅੱਛਾ, ਬਹੁਤ ਅੱਛਾ। ਇਹ ਵੀ ਥਰੋਨ ਸਪੀਚ ਵਿੱਚ ਇਸ ਲਿਆਦਾ ਜੀ। ਸੋ ਹੁਣ ਮੈਂ ਵਾਪਸ ਆਉਣਾ ਆ ਜੀ। ਦੇਖੋ ਜਦੋਂ ਅਸੀਂ ਕੰਮ ਕਰ ਰਹੇ ਹਾਂ ਅਸੀਂ ਆਪਣੇ ਬਜ਼ੁਰਗਾਂ ਲਈ ਕੰਟਰੀਬਿਊਟ ਕਰ ਰਹੇ ਹਾਂ। ਠੀਕ ਹੈ। ਇਸ ਵੇਲੇ ਸਾਡੇ ਬਜ਼ੁਰਗ ਪੈਨਸ਼ਨ ਲੈ ਰਹੇ ਨੇ, ਹੈਲਥ ਕੇਅਰ ਤੇ ਜੋ ਵੀ ਬੈਨੀਫਿਟ ਇਹ ਸਾਰਿਆਂ ਨੂੰ ਹੋ ਰਿਹਾ ਆ। ਉਸੇ ਤਰ੍ਹਾਂ ਜਦੋਂ ਸਾਡੀ ਟਾਈਮ ਹੋਣਾ ਆ ਸਾਨੂੰ ਲੋੜ ਪਏਗੀ ਕਿ ਇੱਥੇ ਦੇ ਵਿੱਚ ਲੋਕੀ ਟੈਕਸ ਸਿਸਟਮ ਵਿੱਚ ਕੰਟਰੀਬਿਊਟ ਕਰਨ। ਬਿਲਕੁਲ। ਤਾਂ ਕਿ ਜਿਹੜੇ ਇਹ ਬੈਨੀਫਿਟਸ ਆ ਇਹ ਮਿਲਦੇ ਰਹਿਣ ਲੋਕਾਂ ਨੂੰ। ਹਾਂਜੀ ਬਿਲਕੁਲ। ਤੇ ਉਹਦਾ ਤਰੀਕਾ ਕੀ ਆ ਕਿ ਜਿਹੜੇ ਯੰਗਸਟਰ ਹੈਗੇ ਉੱਥੇ ਕੰਮ ਕਰਨ ਤੇ ਟੈਕਸ ਪੇ ਕਰਨ। ਤੇ ਯੰਗਸਟਰ ਸਭ ਤੋਂ ਵੱਧ ਕਿਹੜੇ ਨੇ ਇਸ ਵੇਲੇ ਇੰਟਰਨੈਸ਼ਨਲ ਸਟੂਡੈਂਟ ਨੇ ਜੀ, ਜਾਂ ਫਿਰ ਉਹ ਲੋਕ ਨੇ ਜਿਹੜੇ ਕਿ ਕੋਈ ਸਕਿੱਲਡ ਕਲਾਸ ਵਿੱਚ ਆਉਂਦੇ ਆ ਪੁਆਇੰਟ ਸਿਸਟਮ ਤੇ, ਚਾਹੇ ਉਹ ਕੈਨੇਡੀਅਨ ਐਕਸਪੀਰੀਅੰਸ ਹੋਣ ਚਾਹੇ ਫੈਡਰਲ ਸਕਿੱਲ ਕਲਾਸ ਦੇ ਵਿੱਚ ਟ੍ਰੇਨ ਦੇ ਵਿੱਚ ਕਿਸੇ ਚ ਵੀ ਹੋਣ, ਜਿਹੜੇ ਕਿ ਕੋਈ ਪੁਆਇੰਟ ਵੀ ਏਜ ਦੇ ਹਿਸਾਬ ਨਾਲ ਆ ਜੀ। ਜਿੰਨਾ ਯੰਗ ਬੰਦਾ ਉਨੇ ਵੱਧ ਪੁਆਇੰਟ ਉਨੇ ਉਹਦੇ ਤੇ ਆਉਣ ਦੇ ਚਾਂਸਸ ਵੱਧ। ਕੋਈ ਸਰਕਾਰ ਇਹ ਚਾਹੁੰਦੀ ਆ ਕਿ ਯੰਗ ਇਮੀਗ੍ਰੈਂਟ ਆਵੇ ਜੀ। ਤੇ ਸਿਸਟਮ ਵੀ ਇਹਨਾਂ ਨੇ ਰੈਂਕਿੰਗ ਸਿਸਟਮ ਤਾਂ ਹੀ ਰੱਖਿਆ ਆ ਕਿ ਬੰਦਾ ਆਪਣੇ ਸਕਿੱਲ ਦੇ ਅਨੁਸਾਰ ਇੱਥੇ ਆਵੇ ਤਾਂ ਕਿ ਸਿਸਟਮ ਨੂੰ ਕੰਟਰੀਬਿਊਟ ਕਰੇ। ਪਰ ਜੇ ਗੱਲ ਕਰੀਏ ਇੱਕ ਸਿਰਫ ਛੋਟੀ ਜਿਹੀ ਐਗਜ਼ਾਮਪਲ ਜੋ ਕਿ ਜ਼ਿਹਨ ਚ ਆ ਰਹੀ ਹੈ, ਮੈਂ ਕੋਈ ਇਹਦੇ ਨਾਲ ਤੁਹਾਡਾ ਸਹਿਮਤ ਹੋਣਾ ਲਾਜ਼ਮੀ, ਲੇਕਿਨ ਜੇ ਆਪਾਂ ਸਾਊਥ ਏਸ਼ੀਅਨ ਦੀ ਗੱਲ ਕਰੀਏ ਔਰ ਸਾਡਾ ਸਭ ਤੋਂ ਵੱਡਾ ਜਿਹੜਾ ਇਮੀਗ੍ਰੈਂਟ ਭਾਈਚਾਰਾ ਇੱਥੇ ਪਹੁੰਚਿਆ ਹੈ, ਚਾਹੇ ਅਸੀਂ ਪੰਜਾਬੀ ਪੰਜਾਬ ਤੋਂ ਆ ਗੁਜਰਾਤ ਤੋਂ ਜੋ ਵੀ ਹੈ, ਔਰ ਸਾਡੇ ਕਲਚਰ ਦੇ ਵਿੱਚ ਇਹ ਹੈਗਾ ਕਿ ਅਸੀਂ ਦਾਦੇ ਦਾਦੀਆਂ ਨਾਨੇ ਨਾਨੀਆਂ ਨੂੰ ਅਗਰ ਆਪਣੇ ਬੱਚੇ ਸੰਭਾਲ ਦਈਏ ਤੇ ਉਹ ਟੇਕ ਕੇਅਰ ਕਰਨਗੇ ਤੇ ਅਸੀਂ ਆਪਣਾ ਕੰਮ ਹੈ ਜਿਹੜਾ ਉਹ ਨਿਰਵਿਘਨ ਜਾਰੀ ਰੱਖ ਸਕਦੇ ਹਾਂ। ਜੇ ਕੰਮ ਕਰਨਗੇ ਤਾਂ ਉਹਦੇ ਨਾਲ ਕੀ ਇਕਨੋਮੀ ਦੇ ਵਿੱਚ ਤਾਂ ਬੂਮ ਆਉਣਾ ਹੀ ਆਉਣਾ ਕਿਉਂਕਿ ਅਸੀਂ ਟੈਕਸ ਪੇ ਕਰਾਂਗੇ। ਅਗਰ ਜਿਸ ਬੱਚੇ ਹੁਣ ਇੱਕ ਪਾਸੇ ਸਾਡੀ
ਜਿਹੜੀ ਬਰਥ ਗਰੋਥ ਵੀ ਹੋਣੀ ਚਾਹੀਦੀ ਹੈ। ਜੇ ਉਹ ਇਸ ਲਈ ਰੋਕ ਲੈਂਦੇ ਨੇ, ਜਿੱਥੋਂ ਤੱਕ ਮੈਨੂੰ ਸਮਝ ਆਉਂਦਾ ਕਿ ਵੀ ਉਹਨਾਂ ਕੋਲੇ ਜਿਹੜੇ ਜੇ ਉਹਨਾਂ ਦੇ ਪਰਮਾਨੈਂਟ ਪੇਰੈਂਟਸ ਨਹੀਂ ਹੈ ਜੀ। ਤਾਂ ਉਹਨਾਂ ਨੂੰ ਇਹ ਲੱਗਦਾ ਕਿ ਬੱਚੇ ਕਿਵੇਂ ਸੰਭਾਲਣੇ ਆ ਅਸੀਂ ਤੇ ਜੇ ਪੇਰੈਂਟਸ ਹੋਣਗੇ ਤਾਂ ਉਹ ਬੱਚਿਆਂ ਨੂੰ ਵੀ ਟੇਕ ਕੇਅਰ ਕਰਨਗੇ ਤੇ ਹੋ ਸਕਦਾ ਕਿ ਜੇ ਪੇਰੈਂਟਸ ਵਿੱਚ ਦੀ ਜਦੋਂ ਬੱਚੇ ਵੱਡੇ ਹੋ ਜਾਂਦੇ ਤਾਂ ਉਹ ਵੀ ਕੰਮ ਕਰਨ ਜਿਹਦੇ ਕਰਕੇ ਟੈਕਸ ਆ ਜਿਹੜਾ ਜੀ ਜੀ ਉਹ ਦੇਖੋ ਗੱਲ ਇਹ ਹੈਗੀ ਆ, ਮੈਂ ਖੁਦ ਫੈਮਿਲੀ ਕਲਾਸ ਦੇ ਵਿੱਚ ਕੈਨੇਡਾ ਚ ਆਇਆ ਹਾਂ, ਪਰ ਸੱਚਾਈ ਇਹ ਹੈਗੀ ਆ ਕਿ ਕੈਨੇਡਾ ਦੇ ਵਿੱਚ ਜਿਹੜਾ ਸੁਪਰ ਵੀਜ਼ਾ ਦਾ ਪ੍ਰੋਗਰਾਮ ਹੈ ਜੀ ਉਹ ਇਹ ਸਾਰੇ ਸਵਾਲਾਂ ਦਾ ਜਵਾਬ ਦੇ ਦਿੰਦਾ ਹੈ। ਉਹ ਕਾਮਯਾਬ ਹੈ। ਉਹ ਕੰਮ ਦੇਖੋ, ਅਗਰ ਕਿਸੇ ਸੁਪਰ ਵੀਜ਼ਾ ਰਾਹੀਂ ਆਉਣਾ ਆ, ਉਹ ਆਪਣੀ ਇੰਸ਼ੋਰੈਂਸ ਲੈ ਕੇ ਆਉਂਦਾ ਹੈ, ਠੀਕ ਹੈ ਉਹਦੇ ਨਾਲ ਹੈਲਥ ਕੇਅਰ ਤੇ ਕੋਈ ਭਾਰ ਨਹੀਂ ਹੈਗਾ ਜੀ, ਠੀਕ ਹੈ ਨਾ ਜੀ। ਸੋ ਉਹਨੂੰ ਕੋਈ ਬੈਨੀਫਿਟ ਨਹੀਂ ਮਿਲਦਾ, ਪਰ ਉਹ ਇੱਥੇ ਰਹਿ ਸਕਦਾ ਹੈ। ਠੀਕ ਹੈ। ਸੋ ਉਹਦੇ ਨਾਲ ਇਹ ਹੈ ਕਿ ਸਰਕਾਰ ਨੇ ਜਿਹੜੀ ਫੈਮਿਲੀ ਕਲਾਸ ਦੇ ਵਿੱਚ ਅੱਗੇ ਦਾ ਐਪਲੀਕੇਸ਼ਨ ਭਰੋ 5 ਸਾਲ ਲੱਗਦੇ 7 ਸਾਲ ਲੱਗਦੇ ਆ, ਉਹ ਸਮਾਂ ਵੀ ਨਹੀਂ ਲੱਗਦਾ, ਤੁਸੀਂ ਜਦੋਂ ਮਰਜ਼ੀ ਆ ਸਕਦੇ ਆ। ਠੀਕ। ਜੇ ਥੋੜੀ ਦੇਰ ਲਈ ਜਾਣਾ ਵੀ ਆ, ਉਹਦਾ ਵੈਸੇ ਵੀ ਤੁਸੀਂ ਔਸਤਾਨ ਦੇਖ ਲਓ, ਜਿਹੜੇ ਬਜ਼ੁਰਗ ਪੀਆਰ ਵੀ ਹੈਗੇ ਉਹ 6 ਮਹੀਨੇ ਪੰਜਾਬ ਰਹੇ ਹੁੰਦੇ ਆ ਜੀ, ਠੀਕ ਹੈ ਨਾ। ਤੇ ਇਹ ਓਵਰਆਲ ਸਿਸਟਮ ਜਿਹੜਾ ਆ ਉਹਦੇ ਵਿੱਚ ਸ਼ਾਇਦ ਇਹ ਜ਼ਰੂਰਤ ਬਣ ਗਈ ਸੀਗੀ। ਮਤਲਬ ਤੁਸੀਂ ਤਾਂ ਉਹ ਕਿਸੇ ਵੀ ਪਾਰਟੀ ਨੇ, ਲਿਬਰਲ ਪਾਰਟੀ ਨੇ ਵੀ ਸਰਕਾਰ ਬਣਨ ਤੋਂ ਬਾਅਦ ਸਿਸਟਮ ਬੰਦ ਨਹੀਂ ਕੀਤਾ। ਤੁਹਾਡੇ ਨਜ਼ਰੀਏ ਮੁਤਾਬਕ ਤੁਸੀਂ ਇਹਦੇ ਹਮਾਇਤੀ? ਮੈਂ ਦੇਖੋ ਇਹਦੇ ਹਮਾਇਤੀ ਹੈਗਾ, ਮੈਂ ਨਹੀਂ ਮਤਲਬ ਫੈਮਿਲੀ ਕਲਾਸ ਚਾਹੀਦੀ ਆ ਰਿਸਪੌਂਸਿਬਲ ਵੇ ਦੇ ਨਾਲ। ਬਿਲਕੁਲ ਠੀਕ ਹੈ। ਪਹਿਲ ਚਾਹੀਦੀ ਹੈ ਸਪਾਊਸ ਨੂੰ, ਉਹਦੇ ਵਿੱਚ ਬਿਲਕੁਲ ਦੇਰੀ ਨਹੀਂ ਚਾਹੀਦੀ, ਠੀਕ ਹੈ ਨਾ ਜੀ। ਬੱਚਿਆਂ ਨੂੰ, ਸਪਾਊਸ ਨੂੰ, ਫਿਰ ਮਾਪੇ ਦਾ ਵੀ ਇੱਕ ਜਿਹੜਾ ਲਿਮਿਟ ਸਰਕਾਰ ਨੇ ਤੈਅ ਕੀਤਾ ਉਸ ਹਿਸਾਬ ਨਾਲ ਹੋਣੇ ਚਾਹੀਦੇ ਆ, ਪਰ ਕਿਸੇ ਨੂੰ ਪੀੜਾ ਨਾ ਹੋਵੇ। ਕੋਈ ਅਗਰ ਮਾਂ-ਬਾਪ ਨੂੰ ਮਿਲਣਾ ਚਾਹੁੰਦਾ ਆ ਜੀ, ਸੁਪਰ ਵੀਜ਼ਾ ਜਿਹੜਾ ਹੈ ਉਹ ਰਿਲੈਕਸਡ ਹੋਣਾ ਚਾਹੀਦਾ ਆ। ਠੀਕ ਹੈ। ਬਸ਼ਰਤਾ ਜਿਵੇਂ ਪਹਿਲਾਂ ਆ ਉਸ ਸ਼ਖਸ ਕੋਲ ਇੰਸ਼ੋਰੈਂਸ ਹੋਵੇ, ਇੱਥੇ ਸਿਸਟਮ 'ਚ ਭਾਰ ਨਾ ਪੈਂਦਾ ਹੋਵੇ, ਤਾਂ ਉਹਦੇ ਲਈ ਉਹ ਔਕੜਾਂ ਨਹੀਂ ਹੋਣੀਆਂ ਚਾਹੀਦੀਆਂ, ਉਹਨੂੰ ਸੌਖਾ ਹੋਣਾ ਚਾਹੀਦਾ ਵਾ ਜੀ। ਔਰ ਬਹੁਤ ਸ਼ੁਕਰੀਆ। ਔਰ ਪ੍ਰੋਗਰਾਮ ਦਾ ਸਮਾਂ ਜਿਹੜਾ ਚਰਮ ਸੀਮਾ ਤੇ ਪਹੁੰਚ ਚੁੱਕਿਆ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੂ ਸਾਹਿਬ ਤੁਹਾਡੇ ਨਾਲ ਫੇਰ ਗੱਲਬਾਤ ਹੋਏਗੀ। ਔਰ ਪਹਿਲੀ ਵਾਰੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਆ, ਔਰ ਖਾਸ ਕਰਕੇ ਮੇਰੇ ਛੋਟੇ ਜਿਹੇ ਸੱਦੇ ਤੇ ਤੁਸੀਂ ਆਏ ਹੋ। ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਤੁਹਾਨੂੰ ਸੱਦਾ ਪੱਤਰ ਹੈ ਕਿ ਤੁਸੀਂ ਅਜਿਹੇ ਜਿਹੜੇ ਕਰੰਟ ਇਸ਼ੂ ਨੇ, ਚਲੰਤ ਮਾਮਲਿਆਂ ਉੱਪਰ ਆਪਾਂ ਫੇਰ ਚਰਚਾ ਕਰਨ ਲਈ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ। ਅੱਜ ਤੋਂ ਹੀ ਤੁਸੀਂ ਆਪਣਾ ਟਾਈਮ ਜ਼ਰੂਰ ਕੱਢਣਾ। रमन जी बहुत आनंद आया थोड़ा गलबात करके, इट वाज अ प्लेजर, ਤੇ ਮੈਂ ਡੈਫੀਨਿਟਲੀ ਅਗਾਂਹ ਜ਼ਰੂਰ ਆਵਾਂਗਾ। ਸ਼ੁਕਰੀਆ। ਔਰ ਦਰਸ਼ਕੋ ਤੁਹਾਡਾ ਵੀ ਸ਼ੁਕਰੀਆ। ਔਰ ਇਸੇ ਤਰੀਕੇ ਦੇ ਨਾਲ ਵਿਜ਼ਨ ਪੰਜਾਬ ਟੀਵੀ ਦੇਖਦੇ ਰਹੋ। ਔਰ ਪ੍ਰੋਗਰਾਮ ਦਾ ਨਾਂ ਹੈ ਜੋ ਅਸੀਂ ਪੇਸ਼ ਕਰ ਰਹੇ ਹਾਂ ਵਿਜ਼ਨ ਪ੍ਰਾਈਮ ਟਾਈਮ ਸ਼ੋਅ, ਜ਼ਰੂਰ ਦੇਖਿਆ ਕਰੋ, ਆਪਣੀ ਫੀਡਬੈਕ ਵੀ ਦਿਆ ਕਰੋ। ਔਰ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ 7 ਤੋਂ 8 ਹੁੰਦਾ, ਔਰ ਜ਼ਰੂਰ ਇਸ ਨੂੰ ਦੇਖਿਆ ਕਰੋ। ਔਰ ਨਵੇਂ ਵਿਸ਼ੇ, ਨਵੇਂ ਮਹਿਮਾਨ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਦਿਓ ਇਜਾਜ਼ਤ। ਸ਼ੁਕਰੀਆ, ਸ਼ੁਭ ਖੈਰ।